संत जनो प्यारा मैं मिलया। वाहिगुरु जी धन वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच। नानक होसी भी सच। जिह सतगुर सिमरन नैन के तिमिर मिटह खिन। जिह सतगुर सिमरंत हृदय हर नाम दिनो दिन। जिह सतगुर सिमरंत जी की तपत मिटावे। जिह सतगुर सिमरंत हृद सिद्ध नव निध पावे। सोई रामदास गुर बल भण मिल संगत धन धन करहो। जिह सतगुर लग प्रभ पाईਐ सो सतगुर सिमरो नर। धन 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 जन आया जिस प्रसाद सब जगत तराया। जान आवन काए है सुआओ जान कै संग चित आवे। आप मुक्त मुक्त करै संसार। नानक तिस जन को सदा नमस्कार। मूक उचरै शास्त्र खट पिंग गिरन चढ़ जाय। आंध लखै बदरो सुनै जो काल कृपा कराय। कहाँ बुद्ध प्रभ तुच्छ हमारी बर न सकै महिमा जो तिहारी। हम ना सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालिक वालिए कुल आलम। साहिब कमाल राजान राज पानान पान देवान देव उपमा महान। सतगुरु धन धन श्री गुरु ग्रंथ साहिब जी महाराज। गुरुदेव जी दे पावन पवित्र चरना कमलों पास जुड़ बैठी गुरु रूप गुरु खालसा साध संगत जी। धन गुरु रामदास सच्चे पातशाह महाराज जी दियां बेअंत मेहरां वरत रहियां।
ਸੋਢੀ ਸੁਲਤਾਨ ਪਾਤਸ਼ਾਹ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਸੰਸਾਰ ਭਰ ਦੇ ਅੰਦਰ ਗੁਰਸਿੱਖ ਬੜੀ ਭਾਵਨਾ ਨਾਲ ਮਨਾ ਰਹੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਨੇ, ਇਸ ਦੁਨੀਆ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਬਾਦਸ਼ਾਹਾਂ ਦੇ ਸਿਰ ਦਾ ਵੀ ਤਾਜ ਹੈ। ਜਿਨ੍ਹਾਂ ਨੇ ਉਹਨਾਂ ਦੇ ਚਰਨਾਂ ਵਿੱਚ ਸਿਰ ਰੱਖਿਆ, ਉਹ ਨਿਵਾਜੇ ਗਏ। ਗਿਰਾਂ ਮਾਇਆ ਤਰ ਅਫਸਰਾਂ ਬਾਦਸ਼ਾਹਾਂ ਦੇ ਸਿਰ ਦਾ ਤਾਜ, ਬਾਦਸ਼ਾਹਾਂ ਦੇ ਬਾਦਸ਼ਾਹ ਹਨ ਗੁਰੂ ਰਾਮਦਾਸ ਜੀ ਮਹਾਰਾਜ। ਮੁੱਢਲਾ ਜੀਵਨ ਆਪ ਜੀ ਜਾਣਦੇ ਹੋ। ਬਚਨ ਵਿੱਚ ਜੋ ਹਾਲਾਤ ਬਣੇ, ਮਾਤਾ ਪਿਤਾ ਦਾ ਸੱਚਖੰਡ ਚਲੇ ਜਾਣਾ, ਘਰ ਦੇ ਵਿੱਚ ਇਕੱਲਿਆਂ ਰਹਿ ਕੇ ਗੁਜ਼ਾਰਾ ਕਰਨਾ, ਬਿਰਧ ਨਾਨੀ ਦੇ ਘਰ ਦੇ ਵਿੱਚ ਜਾ ਕੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ, ਇਹ ਮੈਨੂੰ ਏਦਾਂ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਪ੍ਰਚਾਰਕ ਲੋਕ ਇਸ ਗੱਲ ਨੂੰ ਬਿਆਨ ਕਰਦੇ ਹਾਂ, ਬੜੀ ਤਰਸਮਈ ਹਾਲਤ ਦੇ ਵਿੱਚ, ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਚਪਨ ਵਿੱਚ ਬੜੀ ਤਰਸਮਈ ਹਾਲਤ, ਜਦੋਂ ਸਭ ਨੇ ਦਰਵਾਜ਼ੇ ਬੰਦ ਕਰ ਲਏ। ਪਰ ਮੈਂ ਇਹ ਸਮਝਦਾ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਹਾਲਾਤ ਦੇ ਅੰਦਰ ਅਸੀਂ ਉਹਨਾਂ ਦੇ ਅੰਦਰ ਦੀ ਅਵਸਥਾ ਨੂੰ ਕੀ ਕਦੇ ਸਮਝਣ ਦਾ ਯਤਨ ਕੀਤਾ ਹੈ? ਮੰਨਿਆ ਕਿ ਮਾਤਾ ਪਿਤਾ ਸੱਚਖੰਡ ਪਧਾਰ ਗਏ, ਬਿਰਧ ਨਾਨੀ ਦੇ ਘਰ ਦੇ ਵਿੱਚ ਰਹਿ ਕੇ ਆਪਣਾ ਸਮਾਂ ਬਤੀਤ ਕੀਤਾ, ਘੁੰਗਣੀਆਂ ਵੀ ਵੇਚੀ, ਪਰ ਉਹਨਾਂ ਦਾ ਮਾਨਸਿਕ ਮੰਡਲ ਜਿਹੜਾ ਹੈ, ਹੋ ਸਕਦਾ ਵੀ ਉਸ ਪਾਸੇ ਅਸੀਂ ਕਦੇ ਧਿਆਨ ਦੇਣ ਦਾ ਯਤਨ ਨਾ ਕੀਤਾ ਹੋਵੇ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਅੰਦਰ ਰਾਜ ਤੇ ਜੋਗ ਦੇ ਦੋਹੇ ਚਿੰਨ੍ਹ ਦਿਖਾਈ ਦਿੰਦੇ। ਰਾਜ ਦਾ ਚਿੰਨ੍ਹ ਵੀ ਦਿਖਾਈ ਦਿੰਦਾ, ਜੋਗ ਦਾ ਚਿੰਨ੍ਹ ਵੀ ਦਿਖਾਈ ਦਿੰਦਾ। ਗੁਰੂ ਅਮਰਦਾਸ ਮਹਾਰਾਜ ਨੇ ਰਾਜ ਤੇ ਜੋਗ ਦਾ ਤਖਤ ਉਹਨਾਂ ਨੂੰ ਦਿੱਤਾ ਹੈ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਉਹ ਤਖਤ ਦਿੱਤਾ ਗਿਆ। ਪਰ ਗੁਰੂ ਰਾਮਦਾਸ ਮਹਾਰਾਜ ਜੀ ਰਾਜ ਤੇ ਜੋਗ ਦਾ ਤਖਤ ਧੁਰ ਦਰਗਾਹੋਂ ਲੈ ਕੇ ਆਏ। ਜਿਨ੍ਹਾਂ ਹਾਲਾਤਾਂ ਦੇ ਅੰਦਰ ਵਿਚਰ ਰਹੇ ਨੇ, ਉਸ ਹਾਲਾਤ ਦੇ ਅੰਦਰ ਅੱਜ ਤਾਈਂ ਕਦੇ ਵੀ ਇਤਿਹਾਸ ਵਿੱਚੋਂ ਮੈਨੂੰ ਇਹ ਬਚਨ ਨਹੀਂ ਮਿਲਿਆ ਕਿ ਕਦੇ ਗੁਰੂ ਰਾਮਦਾਸ ਮਹਾਰਾਜ ਨੇ ਲਾਂਭਾ ਦਿੱਤਾ ਹੋਵੇ ਕਿ ਮੇਰਾ ਬੜਾ ਗਰੀਬੀ ਦਾ ਸਮਾਂ ਹੈ। ਇਤਿਹਾਸਕਾਰਾਂ ਦੇ ਬੋਲ ਜ਼ਰੂਰ ਮਿਲਦੇ ਨੇ ਵੀ ਸ਼ਰੀਕੇ ਨੇ ਦਰਵਾਜ਼ੇ ਬੰਦ ਕਰ ਲਏ, ਕੋਈ ਸਾਥ ਦੇਣ ਵਾਲਾ ਨਹੀਂ ਸੀ। ਗਿਆਨੀ ਗਿਆਨ ਸਿੰਘ ਹੋਰੀ ਇੱਥੋਂ ਤਾਈਂ ਲਿਖਦੇ ਨੇ ਕਿ ਗਵਾਂਢੀਆਂ ਦੇ ਜਿਹੜੇ ਬੱਚੇ ਹਨ, ਜਦੋਂ ਮਹਾਰਾਜ ਉਹਨਾਂ ਨਾਲ ਖੇਡਦੇ ਨੇ, ਉਹ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਵਾੜ ਲੈਂਦੇ, ਖੇਡਣ ਨਹੀਂ ਦਿੰਦੇ। ਫਿਰ ਸਵਾਲ ਪੈਦਾ ਹੋਇਆ ਵੀ ਐਸਾ ਕੀ ਸੀ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੱਚਿਆਂ ਨਾਲ ਖੇਡਣ ਤੋਂ ਵੀ ਮਨਾਹੀ। ਫਿਰ ਇੱਕ ਇਤਿਹਾਸਕ ਤੱਥ ਸਾਹਮਣੇ ਆਇਆ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਛੋਟੇ ਭਰਾ ਸਨ, ਭਾਈ ਹਰਦਿਆਲ ਜੀ, ਜਿਹੜੇ ਸਾਹਿਬਾਂ ਤੋਂ 2 ਸਾਲ ਛੋਟੇ ਸੀ। ਸਭ ਤੋਂ ਛੋਟੀ ਸੀ ਭੈਣ ਬੀਬੀ ਰਾਮਦਾਸ। 2 ਭਰਾ ਸਨ ਤੇ 1 ਭੈਣ ਸੀ। ਮਾਤਾ ਪਿਤਾ ਸੱਚਖੰਡ ਪਿਆਨਾ ਕਰ ਗਏ। ਛੋਟੇ ਭੈਣ ਭਰਾ ਦਾ ਆਸਰਾ ਗੁਰੂ ਰਾਮਦਾਸ ਸਾਹਿਬ ਜੀ ਸਨ। ਪਲੇਠੇ ਦਾ ਪੁੱਤਰ ਹੋਣ ਕਰਕੇ ਜੇਠਾ ਕਹਿੰਦੇ ਸੀ।
ਜਦੋਂ ਸਤਿਗੁਰੂ ਜੀ ਬਾਸਰ ਕੇ ਨਗਰ ਜਾਂਦੇ ਨੇ ਲਾਹੌਰ ਤੋਂ, ਇਤਿਹਾਸਕਾਰਾਂ ਨੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਵੀ ਸਤਿਗੁਰਾਂ ਦੇ ਜਿਹੜੇ ਭਰਾ ਸਨ ਭਾਈ ਹਰਦਿਆਲ ਜੀ ਤੇ ਉਹਨਾਂ ਦੀ ਭੈਣ ਬੀਬੀ ਰਮਦਾਸੀ ਉਹ ਕਿੱਧਰ ਗਏ। ਕਿਉਂਕਿ ਜੇ ਸਤਿਗੁਰੂ ਜੀ ਆਪ ਬਾਸਰ ਕੇ ਨਗਰ ਜਾਂਦੇ ਨੇ ਤੇ ਬਾਸਰ ਕੇ ਨਗਰ ਫਿਰ ਭੈਣ ਤੇ ਭਰਾ ਦਾ ਜ਼ਿਕਰ ਵੀ ਹੋਣਾ ਚਾਹੀਦਾ ਵੀ ਨਾਨੀ ਉਹਨਾਂ ਨੂੰ ਵੀ ਨਾਲ ਲੈ ਕੇ ਗਈ, ਪਰ ਐਸਾ ਕਿਤੇ ਜ਼ਿਕਰ ਮਿਲਿਆ ਨਹੀਂ। ਕਾਰਨ ਇਹ ਸੀ ਕਿ ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਸਤਿਗੁਰਾਂ ਦੇ ਭਰਾਤਾ ਭਾਈ ਹਰਦਿਆਲ ਜੀ ਵੀ ਸਰੀਰ ਤਿਆਗ ਗਏ। ਥੋੜੀ ਦੇਰ ਬਾਅਦ ਉਹਨਾਂ ਦੀ ਛੋਟੀ ਭੈਣ ਬੀਬੀ ਰਮਦਾਸੀ ਵੀ ਸਰੀਰ ਤਿਆਗ ਗਈ। ਲਾਹੌਰ ਦੇ ਵਿੱਚ ਮਹਾਰਾਜ ਜੀ ਇਕੱਲਿਆਂ ਰਹਿ ਗਏ। ਨਾਨੀ ਜੀ ਆਪਣੇ ਨਾਲ ਫਿਰ ਬਾਸਰ ਕੇ ਨਗਰ ਵਿੱਚ ਸਾਹਿਬਾਂ ਨੂੰ ਲੈ ਕੇ ਆਏ। ਬਾਸਰ ਕੇ ਨਗਰ ਦੇ ਵਿੱਚ ਰਹਿ ਕੇ ਮਹਾਰਾਜ ਨੇ ਘੁੰਗਣੀਆਂ ਵੇਚੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ। ਇਸ ਸਮੇਂ ਵਿੱਚ 4 ਪਾਤਸ਼ਾਹੀਆਂ ਇਸ ਧਰਤੀ ਉੱਪਰ ਮੌਜੂਦ ਸਨ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ, ਕਰਤਾਰਪੁਰ ਸਾਹਿਬ ਮਾਫ ਕਰਨਾ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਉਹਨਾਂ ਦੀ ਸੇਵਾ ਵਿੱਚ ਹਾਜ਼ਰ, ਤੇ ਗੁਰੂ ਅਮਰਦਾਸ ਮਹਾਰਾਜ ਜੀ ਬਾਸਰ ਕੇ ਨਗਰ ਵਿੱਚ, ਤੇ ਸੋਢੀ ਸੁਲਤਾਨ ਪਾਤਸ਼ਾਹ ਵੀ ਬਾਸਰ ਕੇ ਨਗਰ ਵਿੱਚ ਜਾ ਬਿਰਾਜੇ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਕਿ ਸਾਹਿਬ ਜੀ ਇੱਕ ਦਿਨ ਘੁੰਗਣੀਆਂ ਵੇਚਣ ਵਾਸਤੇ ਗਏ। ਇੱਕ ਸਾਧੂ ਮਿਲੇ, ਕਹਿਣ ਲੱਗਾ ਮੈਂ ਬੜਾ ਭੁੱਖਾ ਹਾਂ, ਮੈਨੂੰ ਛਕਣ ਵਾਸਤੇ ਘੁੰਗਣੀਆਂ ਦੇ। ਮਹਾਰਾਜ ਨੇ ਘੁੰਗਣੀਆਂ ਦੀ ਮੁੱਠ ਭਰੀ ਸਾਧੂ ਦੇ ਮੂਹਰੇ ਕਰ ਦਿੱਤੀ। ਕਹਿਣ ਲੱਗਾ ਨਹੀਂ, ਇਹਦੇ ਨਾਲ ਗੱਲ ਨਹੀਂ ਬਣਨੀ, ਬਹੁਤ ਭੁੱਖ ਲੱਗੀ ਹੈ। ਮਹਾਰਾਜ ਨੇ 2 ਮੁੱਠਾਂ ਮੂਹਰੇ ਕਰ ਦਿੱਤੀਆਂ, ਸੰਤ ਜੀ ਇਹ ਲੈ ਲਓ। ਕਹਿਣ ਲੱਗਾ ਨਹੀਂ, 3 ਮੁੱਠਾਂ ਭਰ ਕੇ ਮੂਹਰੇ ਕੀਤੀਆਂ। ਕਹਿਣ ਲੱਗਾ ਵੀ ਇਹਦੇ ਨਾਲ ਗੱਲ ਨਹੀਂ ਬਣੀ। ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਵੀ ਆਪਣੀ ਝੋਲੀ ਅੱਡੋ। ਜਦੋਂ ਝੋਲੀ ਅੱਡੀ ਤੇ ਮਹਾਰਾਜ ਨੇ ਘੁੰਗਣੀਆਂ ਵਾਲੀ ਚੰਗੇਰ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀ। ਇਹ ਕੇਵਲ ਸਾਖੀ ਨਹੀਂ, ਇਹ ਸਿਧਾਂਤ ਵੀ ਹੈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿੱਖਿਆ ਹੈ। ਉਹਨਾਂ ਦੇ ਦਰ ਤੇ ਜਿਹੜਾ ਝੋਲੀ ਅੱਡ ਕੇ ਆਉਂਦਾ ਹੈ, ਮਹਾਰਾਜ ਰਹਿਮਤਾਂ ਇਸੇ ਤਰ੍ਹਾਂ ਉਹਦੀ ਝੋਲੀ ਵਿੱਚ ਪਲਟਾ ਦਿੰਦੇ ਨੇ, ਜਿਵੇਂ ਸਾਧੂ ਦੀ ਝੋਲੀ ਵਿੱਚ ਮੇਰੇ ਪਾਤਸ਼ਾਹ ਨੇ ਸਾਰਾ ਘੁੰਗਣੀਆਂ ਵਾਲਾ ਚੰਗੇਰ ਉਲਟਾ ਦਿੱਤਾ ਸੀ। ਜਦੋਂ ਕੋਈ ਆਪਣੇ ਆਪ ਨੂੰ ਅਧਿਕਾਰੀ ਬਣਾ ਲੈਂਦਾ, ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ, ਉਹਦੀ ਝੋਲੀ ਭਰ ਜਾਂਦੀ। ਭਰਥਰੀ ਜੀ ਇੱਕ ਬੜੀ ਪਿਆਰੀ ਉਦਾਹਰਣ ਦਿੰਦੇ ਨੇ। ਅਕਸਰ ਸਾਡੇ ਮਨ ਵਿੱਚ ਗਿਲਾ ਰਹਿੰਦਾ, ਮੈਨੂੰ ਇਹ ਪ੍ਰਾਪਤ ਨਹੀਂ ਹੋਇਆ, ਮੈਨੂੰ ਆਹ ਨਹੀਂ ਮਿਲਿਆ। ਭਰਥਰੀ ਕਹਿੰਦੇ ਕਿ ਦਰਿਆ ਦੇ ਕੰਢੇ ਤੇ ਕੁਝ ਬੀਬੀਆਂ ਪਾਣੀ ਲੈਣ ਵਾਸਤੇ ਗਈਆਂ। ਅੱਜ ਵੀ ਤੁਸੀਂ ਰਾਜਸਥਾਨ ਵੇਖੋ, ਬੀਬੀਆਂ ਪਾਣੀ ਲੈਣ ਵਾਸਤੇ ਜਾਂਦੀਆਂ, ਸਿਰਾਂ ਤੇ ਘੜੇ ਰੱਖੇ ਹੁੰਦੇ ਨੇ, 1 2 3 4 ਕਿਸੇ 5 ਘੜੇ ਰੱਖੇ ਹੁੰਦੇ ਨੇ। ਦਰਿਆ ਦੇ ਕੰਢੇ ਤੇ ਬੀਬੀਆਂ ਜਦੋਂ ਪਾਣੀ ਲੈਣ ਵਾਸਤੇ ਗਈਆਂ, ਕਿਸੇ ਕੋਲ 1 ਘੜਾ, ਕਿਸੇ ਕੋਲ 2, ਕਿਸੇ ਕੋਲ 4 ਤੇ ਕਿਸੇ ਕੋਲ 5। ਭਰਥਰੀ ਇਹ ਕੌਤਕ ਵੇਖਦੇ ਸਨ। ਇੱਕ ਬੀਬੀ ਉੱਥੇ ਆਈ, ਉਹਦੇ ਹੱਥ ਵਿੱਚ ਇੱਕ ਛੋਟਾ ਜਿਹਾ ਲੋਟਾ ਸੀ। ਦਰਿਆ ਦੇ ਵਿੱਚੋਂ ਲੋਟਾ ਭਰਿਆ, ਨਾਲੇ ਤਾਨਾ ਮਾਰਿਆ ਦਰਿਆ ਨੇ। ਆਖਣ ਲੱਗੀ ਬਸ ਮੇਰੇ ਵਾਸਤੇ ਤੇਰੇ ਕੋਲ ਇੰਨਾ ਪਾਣੀ ਸੀ। ਇਹ ਸਾਰਾ ਕੁਝ ਰਾਜਾ ਭਰਥਰੀ ਜੋ ਜੋਗੀ ਬਣ ਚੁੱਕੇ ਸਨ, ਆਪਣੇ ਕੰਨਾਂ ਨਾਲ ਸੁਣ ਰਹੇ ਨੇ, ਨੇਤਰਾਂ ਨਾਲ ਵੇਖ ਰਹੇ ਨੇ, ਔਰ ਬੜੇ ਹੈਰਾਨ ਵੀ ਹੋ ਰਹੇ ਨੇ। ਜਦੋਂ ਉਸ ਬੀਬੀ ਨੇ ਤਾਨਾ ਮਾਰਿਆ, ਤਾਨਾ ਮਾਰ ਕੇ ਆਖਣ ਲੱਗੀ ਬਸ ਤੇਰੇ ਕੋਲ ਇੰਨਾ ਕੁ ਪਾਣੀ ਹੈ। ਕਿਸੇ ਦਾ 1 ਘੜਾ, ਕਿਸੇ ਦੇ 2 ਘੜੇ, ਕਿਸੇ ਦੇ 4, ਕਿਸੇ ਦੇ 5 ਘੜੇ ਭਰ ਦਿੱਤੇ। ਰਾਜਾ ਭਰਥਰੀ ਕਹਿਣ ਲੱਗਾ ਕਿ ਕਸੂਰ ਦਰਿਆ ਦਾ ਨਹੀਂ ਬੀਬਾ, ਕਸੂਰ ਤੇਰੇ ਪਾਤਰ ਦਾ ਹੈ, ਤੇਰੇ ਭਾਂਡੇ ਦਾ। ਕਿਉਂਕਿ ਜਿਹਦੇ ਕੋਲ 5 ਘੜੇ ਸਨ,
ਦਰਿਆ ਨੇ ਉਹਨਾਂ ਨੂੰ 5 ਘੜੇ ਭਰ ਦਿੱਤੇ ਨੇ ਤੇ ਤੇਰੇ ਕੋਲ ਤਾਂ ਲੋਟਾ ਹੀ ਛੋਟਾ ਜਿਹਾ। ਦਰਿਆ ਤਾਂ ਸਦਾ ਹੀ ਇੱਥੇ ਭਰ ਕੇ ਵਗਦਾ। ਜੇ ਕਿਤੇ ਤੇਰਾ ਪਾਤਰ, ਤੇਰਾ ਭਾਂਡਾ ਵੱਡਾ ਹੋਵੇ ਤੇ ਦਰਿਆ ਤੈਨੂੰ ਵੀ ਇਸ ਤਰ੍ਹਾਂ ਪਾਣੀ ਨਾਲ ਲਬਾ ਲਬ ਕਰ ਦੇਵੇ। ਕਸੂਰ ਤੇਰੇ ਪਾਤਰ ਦਾ, ਤੇਰੇ ਭਾਂਡੇ ਦਾ, ਦਰਿਆ ਦਾ ਕਸੂਰ ਕੋਈ ਨਹੀਂ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਬਖਸ਼ਿਸ਼ਾਂ ਦੇ ਦਰਿਆ ਵਹਿੰਦੇ ਨੇ ਖਾਲਸਾ ਜੀ। ਬਸ ਜ਼ਰੂਰਤ ਹੈ ਆਪਣੇ ਪਾਤਰ ਨੂੰ, ਆਪਣੇ ਭਾਂਡੇ ਨੂੰ ਯੋਗ ਬਣਾਓ। ਜਿਹੜਾ ਆਪਣੇ ਆਪ ਨੂੰ ਯੋਗ ਬਣਾ ਲੈਂਦਾ, ਅਸੀਂ ਜਿਸ ਵਸਤੂ ਦੇ ਯੋਗ ਬਣਾ ਲੈਂਦੇ ਆ, ਉਹ ਵਸਤੂ ਮਹਾਰਾਜ ਦੇ ਘਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਬਾਬਾ ਆਦਮ ਜੀ ਨੇ ਪੁੱਤਰ ਲੈਣਾ ਸੀ, 6 ਮਹੀਨੇ ਸੇਵਾ ਕੀਤੀ, ਪੁੱਤਰ ਮੰਗਿਆ ਨਹੀਂ। ਮੈਂ ਅੱਗੇ ਜਾ ਕੇ ਉਹਨਾਂ ਦਾ ਜ਼ਿਕਰ ਕਰਾਂਗਾ। ਆਪਣੇ ਆਪ ਨੂੰ ਯੋਗ ਬਣਾ ਗਏ ਬਾਬਾ ਆਦਮ ਜੀ ਤੇ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚੋਂ ਬਖਸ਼ਿਸ਼ਾਂ ਵੀ ਲੈ ਗਏ। ਗੁਰੂ ਰਾਮਦਾਸ ਮਹਾਰਾਜ ਝੋਲੀ ਭਰਦੇ ਨੇ ਸਾਧੂ ਦੀ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਵੰਡਣ ਦੀ ਬਿਰਤੀ ਹੋਵੇ, ਅਗਰ ਉਹਨਾਂ ਦੇ ਪਾਸ ਨਾ ਵੀ ਕੁਝ ਹੋਵੇ ਫਿਰ ਵੀ ਉਹ ਵੰਡ ਦਿਆ ਕਰਦੇ, ਕਿਉਂਕਿ ਬਿਰਤੀ ਵੰਡਣ ਦੀ। ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ, ਹੈ ਤਾਂ ਨਹੀਂ ਪਰ ਫਿਰ ਵੀ ਵੰਡਣ ਦੀ ਬਿਰਤੀ, ਫਿਰ ਵੀ ਵੰਡ ਰਹੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਧਾਂ ਨੂੰ ਕਹਿੰਦੇ, ਸਿੱਧੋ ਵੰਡਣ ਦੀ ਬਿਰਤੀ ਹੋਣੀ ਚਾਹੀਦੀ, ਵੰਡਿਆ ਤੇ ਤਿਲ ਵੀ ਜਾ ਸਕਦਾ। ਵੰਡਣ ਦੀ ਬਿਰਤੀ ਹੋਣੀ ਚਾਹੀਦੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਿੱਧਾਂ ਨੂੰ ਤਿਲ ਵੰਡ ਦਿੱਤਾ। ਤਾਂ ਇਹ ਵੰਡਣਾ, ਨਾਮ ਜਪਣਾ, ਕਿਰਤ ਕਰਨੀ ਸਿੱਖੀ ਦੇ ਥੰਮ ਨੇ। ਵੰਡ ਕੇ ਛਕਣਾ, ਕੱਲਾ ਭੋਜਨ ਨਹੀਂ ਵੰਡ ਕੇ ਛਕਣਾ ਆਪਾਂ, ਵੀ ਲੰਗਰ ਤਿਆਰ ਵੰਡ ਕੇ ਛਕਣਾ ਹੈ। ਜਦੋਂ ਗੁਰਸਿੱਖ ਸੰਗਤ ਵਿੱਚ ਬੈਠੇ, ਸੰਗਤ ਵਿੱਚ ਬਹਿ ਕੇ ਗੁਰੂ ਕੀ ਬਾਣੀ ਵੀ ਵੰਡ ਕੇ ਛਕੇ, ਨਾਮ ਵੀ ਵੰਡ ਕੇ ਛਕੇ। ਖਾਵਹਿ ਖਰਚਾ ਰਲ ਮਿਲ ਪਾਈ। ਇਹ ਬਚਨ ਕੇਵਲ ਭੋਜਨ ਵਾਸਤੇ ਨਹੀਂ, ਇਹ ਬਚਨ ਬਾਣੀ ਵਾਸਤੇ ਵੀ। ਗੁਰੂ ਅਮਰਦਾਸ ਮਹਾਰਾਜ ਤਾਂ ਨਿਤ ਸਾਨੂੰ ਆਵਾਜ਼ਾਂ ਮਾਰਦੇ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕਿਸੇ ਇੱਕ ਸਿੱਖ ਨੂੰ ਨਿਆਉਂਦਾ ਨਹੀਂ, ਸਗਲੀ ਕਨਾਇਤ ਦੇ ਅੰਦਰ ਰਹਿਣ ਵਾਲੇ ਸਿੱਖਾਂ ਨੂੰ ਨਿਆਉਂਦਾ। ਆਓ ਗੁਰੂ ਕੇ ਪਿਆਰਿਓ, ਗੁਰੂ ਦੇ ਚਰਨਾਂ ਵਿੱਚ ਬੈਠੋ, ਗੁਰੂ ਕੀ ਬਾਣੀ ਪੜ੍ਹੋ। ਇੱਥੇ ਬਹਿ ਕੇ ਆਪਾਂ ਬਾਣੀ ਦਾ ਲੰਗਰ ਉਹ ਵੀ ਵੰਡ ਕੇ ਹੀ ਛਕਣਾ, ਕੱਲਾ ਭੋਜਨ ਨਹੀਂ। ਇਹ ਵੰਡ ਕੇ ਛਕਣ ਦੀ ਮਰਿਆਦਾ ਹੈ। ਪਹਿਲਾਂ ਸ਼ਬਦ ਵੰਡਿਆ ਗੁਰੂ ਨਾਨਕ ਸਾਹਿਬ ਨੇ, ਸ਼ਬਦ ਦੇ ਨਾਲ ਨਾਲ ਲੰਗਰ ਵੀ ਲਾਇਆ ਭੋਜਨ ਦਾ, ਉਹ ਵੀ ਮਹਾਰਾਜ ਨੇ ਵੰਡ ਕੇ ਛਕਿਆ ਤੇ ਵੰਡ ਕੇ ਛਕਾਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਭਾਵੇਂ ਪਾਸ ਕੁਝ ਨਹੀਂ ਗੁਰਮੁਖੋ, ਪਰ ਫਿਰ ਵੀ ਕਿਸੇ ਭੁੱਖੇ ਦਾ ਪੇਟ ਭਰ ਦਿੱਤਾ ਹੈ। ਗੋਇੰਦਵਾਲ ਸੇਵਾ ਦੇ ਵਿੱਚ ਮਹਾਰਾਜ ਜੀ ਹਾਜ਼ਰ ਹੋਏ। ਪਹਿਲਾਂ ਘੁੰਗਣੀਆਂ ਵੇਚਦੇ, ਕੁਝ ਸਮਾਂ ਸੇਵਾ ਕਰਦੇ। ਹੌਲੀ ਹੌਲੀ ਸੇਵਾ ਨਾਲ ਇੰਨਾ ਕੁ ਪ੍ਰੇਮ ਬਣ ਗਿਆ ਕਿ ਘੁੰਗਣੀਆਂ ਵੇਚਣੀਆਂ ਛੱਡ ਦਿੱਤੀਆਂ ਤੇ ਸੇਵਾ ਵਿੱਚ ਹੀ ਜੁਟ ਗਏ ਮਹਾਰਾਜ ਜੀ ਦਿਨ ਰਾਤ। ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਜਿਸ ਉਮਰਾਂ ਵਿੱਚ ਬੱਚੇ ਖੇਡਦੇ ਨੇ, ਹੱਸਦੇ ਨੇ, ਸੌਂਦੇ ਨੇ, ਉਸ ਉਮਰਾਂ ਅੰਦਰ ਗੁਰੂ ਰਾਮਦਾਸ ਮਹਾਰਾਜ ਨੇ ਸਾਰਾ ਕੁਝ ਤਿਆਗ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ ਹੈ। ਤੇ ਖਾਲਸਾ ਜੀ ਉਹ ਸੇਵਾ 2, 4, 10, 20, 50 ਦਿਨਾਂ ਦੀ ਨਹੀਂ ਸੀ, ਉਹ ਸੇਵਾ 28 ਸਾਲ ਦੀ ਸੀ। 28 ਸਾਲ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਵਿੱਚ ਸੇਵਾ ਕੀਤੀ ਹੈ। ਜਿਸ ਸੇਵਾ ਵਿੱਚੋਂ ਮਹਾਨ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ, ਰਾਜਯੋਗ ਤਖਤ ਦੀਨ ਗੁਰੂ ਰਾਮਦਾਸ। ਇਸ ਤਖਤ ਨੂੰ ਪ੍ਰਾਪਤ ਕਰਨ ਪਿੱਛੇ ਘਾਲਣਾ ਵੀ 28 ਸਾਲ ਦੀ ਸੀ ਗੁਰੂ ਰਾਮਦਾਸ ਮਹਾਰਾਜ ਜੀ। ਬੀਬੀ ਭਾਨੀ ਜੀ ਵੱਡੇ ਹੋਏ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਮਾਤਾ ਜੀ ਮਨਸਾ ਦੇਵੀ ਜੀ ਆ ਕੇ ਬੈਠੇ। ਸਤਿਗੁਰੂ ਬੱਚੀ ਜਵਾਨ ਹੋ ਗਈ, ਵਿਆਹ ਕਰ ਦਈਏ। ਪਾਤਸ਼ਾਹ ਕਹਿੰਦੇ, ਵਰ ਕੈਸਾ ਚਾਹੀਦਾ? ਬੜੀ ਗੌਰ ਨਾਲ ਸੁਣਿਓ, ਵਰ ਕੈਸਾ ਚਾਹੀਦਾ? ਮਾਤਾ ਜੀ ਸੋਚੀ ਪਏ, ਕਿੱਦਾਂ ਦਾ ਹੋਵੇ? ਸੀਰਤ ਵੀ ਚੰਗੀ ਹੋਵੇ ਤੇ ਸੂਰਤ ਵੀ ਚੰਗੀ ਹੋਵੇ। ਅਚਾਨਕ ਸਾਹਮਣੇ ਧਿਆਨ ਪੈਂਦਾ, ਚੁਬਾਰਾ ਸਾਹਿਬ ਬੈਠੇ ਸਨ, ਖਿੜਕੀ ਸੀ। ਗੁਰੂ ਅਮਰਦਾਸ ਮਹਾਰਾਜ ਉੱਥੇ ਬਹਿ ਕੇ ਬੌਲੀ ਸਾਹਿਬ ਦੀ ਸੇਵਾ ਦੀ ਨਿਗਰਾਨੀ ਰੱਖਦੇ ਸੀ। ਸੰਗਤ ਉੱਥੋਂ ਮਹਾਰਾਜ ਦੇ ਦੀਦਾਰ ਵੀ ਕਰਦੀ।
ਧੰਨ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਿਰ ਤੇ ਟੋਕਰੀ ਰੱਖ ਕੇ ਤੁਰੇ ਆਉਂਦੇ ਸਨ ਤੇ ਮਾਤਾ ਜੀ ਦੀ ਦ੍ਰਿਸ਼ਟੀ ਪੈ ਗਈ। ਮਾਤਾ ਜੀ ਕਹਿਣ ਲੱਗੇ ਸਤਿਗੁਰੂ ਵਰ ਇਦਾਂ ਦਾ ਹੋਣਾ ਚਾਹੀਦਾ। ਇਹ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇਹਦੇ ਜਿਹਾ ਤੇ ਫਿਰ ਇਹੀ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜਾਈ। ਸਾਹਿਬ ਨੇ ਆਪਣੇ ਪਾਸ ਬੁਲਾਇਆ, ਪੁੱਛਿਆ ਵੀ ਨਾਮ ਕੀ ਹੈ। ਪਾਤਸ਼ਾਹ ਮੇਰਾ ਨਾਮ ਜੇਠਾ। ਮੈਂ ਇਹ ਮਹਿਸੂਸ ਕਰਦਾ ਇਹ ਉਹ ਪਹਿਲਾ ਦਿਨ ਸੀ ਜਿਸ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਾਸਤੇ ਅਕਾਲ ਪੁਰਖ ਦੇ ਘਰ ਦੇ ਦਰਵਾਜ਼ੇ ਖੁੱਲ ਗਏ ਸਨ। ਜਿਹੜੀ ਸੇਵਾ ਕੀਤੀ ਨਾ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਇਹ ਪਹਿਲਾ ਦਿਨ ਉਹ ਸੀ ਜਦੋਂ ਅੱਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ਾਂ ਦਾ ਆਪਣੇ ਆਪ ਨੂੰ ਪਾਤਰ ਬਣਾਇਆ ਤੇ ਉਸ ਬਖਸ਼ਿਸ਼ਾਂ ਨੂੰ ਲੈਣ ਵਾਸਤੇ ਮਹਾਰਾਜ ਜੀ ਜਦੋਂ ਤਿਆਰ ਹੋਏ ਨਾ, ਸੇਵਾ ਕਰਦੇ ਰਹੇ, ਕਈ ਸਾਲ ਸੇਵਾ ਕੀਤੀ। ਗੁਰੂ ਅਮਰਦਾਸ ਮਹਾਰਾਜ ਨੇ ਅੱਜ ਵੇਖਿਆ ਵੀ ਯੋਗ ਹੋ ਗਏ ਨੇ। ਅੱਜ ਪਹਿਲੀ ਬਖਸ਼ਿਸ਼ ਝੋਲੀ ਵਿੱਚ ਪਾਣ ਲੱਗੇ, ਆਪਣੀ ਬੇਟੀ ਦਾ ਰਿਸ਼ਤਾ ਕੀਤਾ। ਤੇ ਜਿਸ ਦਿਨ ਆਨੰਦ ਕਾਰਜ ਹੋਣ ਲੱਗੇ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ ਬੇਟਾ ਕੋਈ ਮੰਗਤਾ ਨਹੀਂ? ਕਹਿੰਦੇ ਪਾਤਸ਼ਾਹ ਇੱਕ ਮੰਗ ਜ਼ਰੂਰ ਹੈ ਮੇਰੀ, ਇੱਕੋ ਹੀ ਮੰਗ ਹੈ, ਹੋਰ ਕੁਝ ਨਹੀਂ ਮੈਂ ਤੁਹਾਡੇ ਚਰਨਾਂ ਵਿੱਚੋਂ ਮੰਗਦਾ। ਕਿਰਪਾ ਕਰਕੇ ਉਹ ਮੇਰੀ ਝੋਲੀ ਭਰ ਦੇ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਹਰ ਕਪੜੋ ਹਰ ਸੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ। ਮਹਾਰਾਜ ਜੀ ਕਿਰਪਾ ਕਰਕੇ ਹਰੀ ਦੀ ਸ਼ੋਭਾ ਦਾ ਬਸਤਰ ਮੈਨੂੰ ਦੇ ਦਿਓ। ਇਹੀ ਮੇਰੀ ਮੰਗ ਹੈ ਤੁਹਾਡੇ ਚਰਨਾਂ ਵਿੱਚੋਂ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਮੇਰੀ ਹੋਰ ਕੋਈ ਮੰਗ ਨਹੀਂ ਤੁਹਾਡੇ ਚਰਨਾਂ ਵਿੱਚ। ਮੇਰੀ ਝੋਲੀ ਭਰ ਕੇ ਮੈਨੂੰ ਨਿਵਾਜ ਦੇ। ਤੇ ਜਦੋਂ ਆਨੰਦ ਕਾਰਜ ਹੋਣ ਲੱਗੇ, ਆਪਾਂ ਜਾਣਦੇ ਹਾਂ ਕਿ ਇਹ ਮਰਿਆਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਆਰੰਭ ਕੀਤੀ। ਪਰ ਸੱਚ ਤਾਂ ਇਹ ਹੈ, ਇਹ ਆਨੰਦ ਕਾਰਜ ਦੀ ਮਰਿਆਦਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ। ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਦਾ ਪਾਠ ਉਚਾਰਿਆ, ਪਰ ਇਸ ਮਰਿਆਦਾ ਨੂੰ ਆਰੰਭ ਕਰਨ ਵਾਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ। ਸਤਿਗੁਰਾਂ ਨੇ ਆਨੰਦ ਸਾਹਿਬ ਦੀ ਬਾਣੀ ਉਦੋਂ ਉਚਾਰੀ। ਇਤਿਹਾਸ ਵਿੱਚ ਦੋ ਪੱਖ ਮਿਲਦੇ ਨੇ। ਇੱਕ ਜਦੋਂ ਬਾਬਾ ਆਨੰਦ ਜੀ ਦਾ ਜਨਮ ਹੋਇਆ, ਸਤਿਗੁਰਾਂ ਦੇ ਪੁੱਤਰ, ਉਦੋਂ ਆਨੰਦ ਸਾਹਿਬ ਦੀ ਬਾਣੀ ਮਹਾਰਾਜ ਨੇ ਉਚਾਰੀ। ਜਦੋਂ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਹੁੰਦਾ ਗੁਰੂ ਰਾਮਦਾਸ ਮਹਾਰਾਜ ਜੀ ਨਾਲ, ਉਦੋਂ ਸਾਹਿਬ ਜੀ ਆਨੰਦ ਸਾਹਿਬ ਦੀ ਬਾਣੀ ਉਚਾਰਦੇ ਨੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਰਿਕਰਮਾ ਕਰਦੇ ਨੇ ਸਤਿਗੁਰਾਂ ਦੀ। ਇਥੋਂ ਨਾਮ ਪਿਆ ਜੀ ਆਨੰਦ ਕਾਰਜ, ਕਿਉਂਕਿ ਬਾਣੀ ਵੀ ਆਨੰਦ ਕਾਰਜ ਦੀ ਉਚਾਰਨ ਕੀਤੀ। ਆਨੰਦ ਰੂਪ ਬਾਣੀ, ਸਰਲੇਖ ਵੀ ਆਨੰਦ ਰੱਖਿਆ ਮਹਾਰਾਜ ਨੇ। ਤੇ ਜਿਹੜਾ ਕਾਰਜ ਉਸ ਵਕਤ ਹੋਇਆ ਉਹਨੂੰ ਨਾਂ ਦਿੱਤਾ ਗਿਆ ਆਨੰਦ ਕਾਰਜ। ਸਤਿਗੁਰਾਂ ਨੇ ਇਹ ਆਨੰਦ ਸਾਹਿਬ ਦੀ ਬਾਣੀ ਉਚਾਰ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਕਾਰਜ ਕੀਤੇ। ਮੇਰੇ ਵੀਰ ਅੱਜ ਕੱਲ ਕਹਿ ਦਿੰਦੇ ਵੀ ਆਨੰਦ ਕਾਰਜ ਦੀ ਰਸਮ ਤਾਂ ਦੁਨੀਆ ਦੀ ਹੁੰਦੀ ਹੈ, ਮਰਿਆਦਾ ਗੁਰੂ ਦੀ ਹੁੰਦੀ ਹੈ। ਉਸ ਸਮੇਂ ਲੋਕਿਕ ਤੇ ਵੈਦਿਕ ਦੋ ਤਰ੍ਹਾਂ ਦੀ ਰਸਮ ਦੁਨੀਆ ਵਿੱਚ ਚੱਲਦੀ ਹੈ, ਪਰ ਮੇਰੇ ਪਾਤਸ਼ਾਹ ਨੇ ਨਾ ਵੈਦਿਕ ਤੇ ਨਾ ਲੋਕਿਕ ਰਸਮ ਨੂੰ ਮੰਨਿਆ। ਆਨੰਦ ਕਾਰਜ ਦੀ ਮਰਿਆਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਆਰੰਭ ਕੀਤੀ ਹੈ। ਮਰਿਆਦਾ ਕਿਹਾ ਕਰੋ, ਨਾ ਕਿ ਰਸਮ ਕਿਹਾ ਕਰੋ। ਰਸਮ ਰਵਾਤਾਂ ਤਾਂ ਜਿਹੜੀਆਂ ਇਹ ਦੁਨਿਆਵੀ ਹੁੰਦੀਆਂ ਨੇ, ਔਰ ਆਨੰਦ ਕਾਰਜ ਇੱਕ ਅਧਿਆਤਮਿਕ ਖੇਡ ਹੈ। ਉੱਥੇ ਫਿਰ ਸਾਹਿਬ ਜੀ ਨੇ ਇੱਕ ਬਚਨ ਉਚਾਰਨ ਕਰਕੇ ਉਪਦੇਸ਼ ਦਿੱਤਾ, ਧੰਨ ਫਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਐ ਸੋਈ। ਸਤਿਗੁਰੂ ਉਪਦੇਸ਼ ਦਿੰਦੇ ਨੇ, ਧੰਨ ਇਸਤਰੀ ਫਿਰ ਪਤੀ। ਜੇ ਦੋਨੇ ਇਕੱਠੇ ਹੋ ਕੇ ਬਹਿ ਗਏ, ਉਹਨਾਂ ਨੂੰ ਧੰਨ ਫਿਰ ਨਹੀਂ ਕਿਹਾ ਜਾਂਦਾ। ਅਸਲ ਵਿੱਚ ਧੰਨ ਫਿਰ ਪਤੀ ਪਤਨੀ ਉਹ ਨੇ, ਮੂਰਤਾਂ ਦੋ ਹੋਵਣ ਤੇ ਜੋਤ ਅੰਦਰੋਂ ਇੱਕ ਹੋਵੇ, ਉਹਨੂੰ ਧੰਨ ਫਿਰ ਕਿਹਾ ਜਾਂਦਾ। ਅੰਤਰੀਵ ਅਰਥ ਤਾਂ ਪ੍ਰਭੂ ਅਕਾਲ ਪੁਰਖ ਪਤੀ ਦੇ ਉਹਨਾਂ ਦੇ ਸੰਬੰਧ ਵਿੱਚ ਨੇ। ਜੀਵ ਰੂਪ ਇਸਤਰੀ ਜਿਹੜੀ ਹੈ ਉਹ ਅੰਤਰ ਆਤਮਾ ਕਰਕੇ ਉਹ ਪਤੀ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਜਾ ਕਰਕੇ ਅਭੇਦ ਹੋ ਜਾਏ। ਉਥੇ ਮੂਰਤਾਂ ਦੋ ਨੇ ਪਰ ਅੰਤਰ ਆਤਮਾ ਕਰਕੇ ਇੱਕ ਹੈ।
ਜੇ ਸਰੀਰਕ ਤੌਰ ਤੇ ਦੁਨਿਆਵੀ ਪੱਖ ਤੇ ਗੱਲ ਕਰੀਏ ਤਾਂ ਸਾਹਿਬ ਕਹਿੰਦੇ ਜਿਹੜੇ ਅੰਦਰੋਂ ਇੱਕ ਨੇ ਮੂਰਤਾਂ ਕਰਕੇ ਦੋ। ਇਸ ਪੱਖ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝਣਾ। ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਜਦੋਂ ਬਟਾਲੇ ਗਏ ਜੀ ਆਨੰਦ ਕਾਰਜ ਵਾਸਤੇ, ਤੇ ਸਾਹਿਬ ਕੱਚੀ ਕੰਧ ਦੇ ਕੋਲ ਬੈਠੇ। ਮਾਤਾ ਨੇ ਆਖਿਆ ਸੀ, ਬਜ਼ੁਰਗ ਮਾਤਾ ਨੇ, ਬੇਟਾ ਇਹ ਕੰਧ ਕੱਚੀ ਡਿੱਗ ਪਏਗੀ। ਤੇ ਸਾਹਿਬ ਕਹਿੰਦੇ, ਮਾਤਾ ਇਹ ਕੰਧ ਜੁਗੋ ਜੁਗ ਅਟਲ ਹੈ, ਇਹ ਕੰਧ ਨਹੀਂ ਡਿੱਗ ਸਕਦੀ, ਇਹ ਅਟਲ ਹੈ, ਇਹਨੇ ਨਹੀਂ ਡਿੱਗਣਾ। ਦੁਨਿਆਵੀ ਰਿਸ਼ਤੇ ਦੀ ਕੰਧ ਹੁੰਦੀ ਤਾਂ ਕੱਚੀ ਹੈ, ਟੁੱਟਦਿਆਂ ਦੇਰੀ ਵੀ ਨਹੀਂ ਲੱਗਦੀ, ਪਰ ਉਹ ਕੰਧ ਪੱਕੀ ਜ਼ਰੂਰ ਹੋ ਸਕਦੀ ਹੈ ਜੇਕਰ ਅਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਕਮਾ ਲਵਾਂਗੇ। ਏਕ ਜੋਤ ਦੋਏ ਮੂਰਤੀ, ਜਿਹੜੇ ਅੰਤਰਾਤਮਾ ਇੱਕ ਹੋ ਜਾਣ, ਜਿਨ੍ਹਾਂ ਦੀ ਵਿਚਾਰ ਇੱਕ ਹੋ ਜਾਵੇ, ਜਿਨ੍ਹਾਂ ਦਾ ਭਰੋਸਾ ਇੱਕ ਹੋ ਜਾਵੇ, ਫਿਰ ਉਹ ਕੱਚੀ ਕੰਧ ਕਦੇ ਢਹਿੰਦੀ ਨਹੀਂ। ਤੇ ਜੇ ਅੰਦਰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਸਿਦਕ ਨਹੀਂ, ਤੇ ਫਿਰ ਇਹ ਕੱਚੀ ਕੰਧ ਢਹਿੰਦਿਆਂ ਵੀ ਦੇਰੀ ਨਹੀਂ ਲੱਗਦੀ। ਜੇ ਵਿਸ਼ਵਾਸ ਪੱਕਾ ਹੋਵੇਗਾ ਤੇ ਇਹ ਦੁਨਿਆਵੀ ਰਿਸ਼ਤੇ ਦੀ ਜਿਹੜੀ ਕੰਧ ਹੈ ਨਾ ਜੀ, ਪਤੀ ਪਤਨੀ, ਇਹ ਕੰਧ ਹੈ ਕੱਚੀ ਪਰ ਟੁੱਟੇਗੀ ਨਹੀਂ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਿੱਖਿਆ ਵੀ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ ਹੈ। ਇਸ ਕੰਧ ਨੂੰ ਪਰਪੱਕ ਕਰਨਾ ਇਹ ਸਾਡੇ ਹੱਥ ਵਿੱਚ ਹੈ। ਪਰ ਹਮੇਸ਼ਾ ਯਾਦ ਰੱਖੀਏ, ਇਹਦੀ ਸ਼ੁਰੂਆਤ ਜਿਹੜੀ ਹੈ ਉਹ ਬੰਦਗੀ ਤੋਂ ਹੋਵੇ। ਦੁਨਿਆਵੀ ਕਾਰ ਵਿਹਾਰ ਸਭ ਕੁਝ ਚੱਲਦੇ ਰਹਿਣਾ, ਪਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਹੀ ਬੰਦਗੀ ਤੋਂ ਕੀਤੀ ਹੈ, ਉਹਨਾਂ ਦੀ ਕੰਧ ਹਮੇਸ਼ਾ ਪੱਕੀ ਰਹੇਗੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਜਦੋਂ ਆਉਂਦੇ ਨੇ ਤੇ ਮਾਤਾ ਸੁਲੱਖਣੀ ਜੀ ਆਏ ਸਾਹਿਬ ਦੇ ਚਰਨਾਂ ਦੇ ਵਿੱਚ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਗਰੀਬ ਨਵਾਜ ਕਹਿੰਦੇ ਵੀ ਸਾਡੇ ਕੋਲ ਰਹਿਣ ਨੂੰ ਮਕਾਨ ਨਹੀਂ, ਛਕਣ ਨੂੰ ਭੋਜਨ ਨਹੀਂ। ਆਖਿਆ, ਪਾਤਸ਼ਾਹ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ, ਜਿੱਥੇ ਰੱਖੋਗੇ ਉੱਥੇ ਮੈਂ ਰਹਾਂਗਾ, ਕਰਤਾਰ ਦੇ ਭਾਣੇ ਵਿੱਚ ਰਹਾਂਗਾ, ਪਰਮੇਸ਼ਰ ਦੇ ਹੁਕਮ ਵਿੱਚ। ਜਿਵੇਂ ਰੱਖੋਗੇ, ਜੇ ਇੱਕ ਪ੍ਰਸ਼ਾਦਾ ਮਿਲੇਗਾ ਇੱਕ ਨਾਲ ਗੁਜ਼ਾਰਾ ਕਰ ਲਵਾਂਗੀ, ਜੇ ਇੱਕ ਵੀ ਨਹੀਂ ਮਿਲੇਗਾ ਤੇ ਉਹਦੇ ਤੋਂ ਬਿਨਾਂ ਹੀ ਸ਼ੁਕਰਾਨਾ ਕਰ ਦੇਵਾਂਗੇ। ਜਦੋਂ ਸਾਡੇ ਦੁਨਿਆਵੀ ਰਿਸ਼ਤੇ ਅੰਦਰ ਇਹ ਭਾਵਨਾ ਪੈਦਾ ਹੋਵੇਗੀ ਤੇ ਆ ਫਿਰ ਜਿਹੜੀ ਕੱਚੀ ਕੰਧ ਹੈ ਇਹ ਹਮੇਸ਼ਾ ਲਈ ਪੱਕੀ ਹੈ, ਫਿਰ ਇਹ ਢਹੇਗੀ। ਤੇ ਸਾਹਿਬ ਜੀ ਨੇ ਆਪਣੀ ਬੇਟੀ ਨੂੰ ਬਚਨ ਆਖਿਆ, ਬੇਟਾ ਤਿੰਨ ਪੱਬੇ ਯਾਦ ਰੱਖੀ, ਪੱਬਾ ਭੁੱਲੀ ਜੀ, ਪੱਬਾ ਭਾਣਾ ਜੀ, ਪੱਬਾ ਭਲਾ ਜੀ। ਤੇ ਦਾਸ ਇਹ ਅਨੁਭਵ ਕਰਦਾ, ਆਪਾਂ ਕਹਿ ਤਾਂ ਦਿੰਦੇ ਆ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਹੇ ਗੁਰੂ ਰਾਮਦਾਸ ਮਹਾਰਾਜ, ਮੈਂ ਔਗੁਣਾਂ ਨਾਲ ਭਰਿਆ। ਤੇ ਜਦੋਂ ਔਗਣ ਮੰਨਣ ਦੀ ਗੱਲ ਆਵੇ, ਕਿ ਅਸੀਂ ਕਦੇ ਕਹਿੰਦੇ ਆ ਵੀ ਪਾਤਸ਼ਾਹ ਮੈਂ ਭੁੱਲਿਆ। ਜੇ ਮਹਾਰਾਜ ਨੇ ਤਿੰਨ ਭੱਬਿਆਂ ਦੀ ਸਿੱਖਿਆ ਆਪਣੀ ਬੇਟੀ ਨੂੰ ਦਿੱਤੀ ਹੈ, ਸਾਡੇ ਲਈ ਵੀ ਤਾਂ ਸਿੱਖਿਆ ਉਨੀ ਹੈ। ਜਿਤਨੀ ਉਹ ਸਿੱਖਿਆ ਉਹਨਾਂ ਦੀ ਬੇਟੀ ਵਾਸਤੇ ਹੈ, ਜਿਤਨੀ ਸਿੱਖਿਆ ਗੁਰੂ ਰਾਮਦਾਸ ਮਹਾਰਾਜ ਨੂੰ ਦਿੰਦੇ, ਸਾਡੇ ਲਈ ਵੀ ਤਾਂ ਉਹ ਸਿੱਖਿਆ ਨਾ। ਅਸੀਂ ਜ਼ਬਾਨ ਨਾਲ ਬਚਨ ਤਾਂ ਜ਼ਰੂਰ ਪੜ੍ਹਿਆ, ਪਰ ਖਾਲਸਾ ਜੀ ਜਦੋਂ ਕੋਈ ਸਾਡੇ ਵਿੱਚ ਕੋਈ ਔਗਣ ਸਾਡਾ ਦੱਸਦਾ ਹੈ, ਕੋਈ ਸਾਡਾ ਦੋਸ਼ ਕਸੂਰ ਕੱਢਦਾ ਹੈ, ਤੇ ਕੀ ਅਸੀਂ ਮੰਨਣ ਨੂੰ ਤਿਆਰ ਹੁੰਨੇ ਆ ਕਿ ਵਾਕਿਆ ਮੇਰੇ ਅੰਦਰ ਇਹ ਦੋਸ਼ ਹੈ, ਮੇਰਾ ਇਹ ਕਸੂਰ ਹੈ? ਬੰਦਾ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ, ਕਦੇ ਵੀ। ਬਾਣੀ ਪੜ੍ਹੀਏ, ਬਾਣੀ ਨੂੰ ਜੀਵੀਏ ਵੀ। ਜੇ ਕਿਤੇ ਸਾਡੇ ਅੰਦਰ ਕਿਤੇ ਸਾਨੂੰ ਆਪਣਾ ਦੋਸ਼ ਦਿਖਾਈ ਦਿੰਦਾ ਤਾਂ ਉਹਨੂੰ ਕਬੂਲੀਏ ਕਿ ਮਹਾਰਾਜ ਇਹ ਔਗਣ ਮੇਰੇ ਜੀਵਨ ਵਿੱਚ ਹੈ, ਕਿਰਪਾ ਕਰੋ ਗੁਰੂ ਰਾਮਦਾਸ ਪਾਤਸ਼ਾਹ, ਮੈਂ ਤੇਰੀ ਸ਼ਰਨ ਆਇਆ, ਮੇਰੇ ਅੰਦਰ ਦੇ ਔਗਣ ਬਾਹਰ ਕੱਢ ਦੇ। ਗੁਰੂ ਰਾਮਦਾਸ ਰੱਖੋ ਸ਼ਰਨਾਈ, ਮੇਰੇ ਪਾਤਸ਼ਾਹ ਗੁਣ ਤਾਂ ਕੋਈ ਨਹੀਂ ਸਾਡੇ ਅੰਦਰ, ਪਰ ਕਿਰਪਾ ਕਰਕੇ ਆਪ ਆਪਣੀ ਸ਼ਰਨ ਦੇ ਵਿੱਚ ਸਾਨੂੰ ਰੱਖੋ, ਸਾਡੇ ਔਗਣ ਬਖਸ਼ ਦਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਹੁਕਮ ਹੋਇਆ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਉੱਪਰ ਜਾ ਕੇ ਨਗਰ ਵਸਾਓ। ਵਿਦਵਾਨਾਂ ਨੇ ਵੀ ਆਖਿਆ ਵੀ ਅਕਬਰ ਜ਼ਮੀਨ ਦੇ ਕੇ ਗਿਆ ਸੀ, ਪਰ ਤੁੰਗ ਨਗਰ ਦਾ ਇੱਕ ਜ਼ਿਮੀਂਦਾਰ ਉਹਨੂੰ 700 ਰੁਪਏ ਦੇ ਕੇ ਮਹਾਰਾਜ ਨੇ ਉਹ ਜ਼ਮੀਨ ਖਰੀਦੀ ਹੈ। ਗੁਰੂ ਕਾ ਚੱਕ ਨਗਰ ਵਸਾਇਆ, ਜਿਹਦਾ ਟੱਕ ਗੁਰੂ ਅਮਰਦਾਸ ਸਾਹਿਬ ਜੀ ਨੇ ਲਾਇਆ।
ਪਾਵਨ ਪਵਿੱਤਰ ਸਰੋਵਰ ਦਾ ਟੱਕ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਹੱਥੀਂ ਲਾਇਆ। ਇਹ ਸੇਵਾ ਸਾਹਿਬ ਜੀ ਨੇ ਆਪਣੇ ਹੱਥੀਂ ਕਰਾਈ। ਇੱਕ ਦਿਨ ਸਿੱਖਾਂ ਨੇ ਸਵਾਲ ਕੀਤਾ ਸਾਹਿਬਾਂ ਦੇ ਚਰਨਾਂ ਵਿੱਚ, ਮਹਾਰਾਜ ਆਪ ਜੀ ਆਪਣੀ ਗੱਦੀ ਕਿਹਨਾਂ ਨੂੰ ਬਖਸ਼ਿਸ਼ ਕਰਕੇ ਜਾਓਗੇ? ਤੇ ਸਾਹਿਬ ਨੇ ਪ੍ਰੀਖਿਆ ਪਾ ਦਿੱਤੀ। ਆਪਣਾ ਪੁੱਤਰ ਬਾਬਾ ਮੋਹਰੀ, ਭਾਈ ਰਾਮਾ ਜੀ ਤੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸੱਦ ਲਿਆ। ਆਖਿਆ ਥੜੇ ਬਣਾਓ। ਬਾਬਾ ਮੋਹਰੀ ਜੀ ਸੋਚਣ ਲੱਗੇ ਵੀ ਥੜਾ ਤੇ ਇੱਕੋ ਹੀ ਚਾਹੀਦਾ, ਤੇ ਮਹਾਰਾਜ ਨੇ ਕਹਿ 3 ਜਾਣਿਆਂ ਨੂੰ ਦਿੱਤਾ ਵੀ 3 ਜਾਣੇ ਥੜਾ ਬਣਾਉਣਗੇ, ਥੜਾ ਇੱਕ ਚਾਹੀਦਾ ਤੇ ਇਹਦੇ ਨਾਲੋਂ ਚੰਗਾ ਵੀ ਮੈਂ ਪਿਛਾਂ ਹੀ ਹਟ ਜਾ। ਬਾਬਾ ਮੋਹਰੀ ਜੀ ਨੇ ਥੜਾ ਨਹੀਂ ਬਣਾਇਆ। ਹੁਣ ਗੱਲ ਥੜਿਆਂ ਦੀ ਨਹੀਂ, ਸਿਧਾਂਤ ਦੀ ਗੱਲ ਹੈ। ਭਾਈ ਰਾਮਾ ਜੀ ਨੇ ਥੜਾ ਬਣਾਇਆ, ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਥੜਾ ਬਣਾਇਆ। ਤੇ ਗੁਰੂ ਅਮਰਦਾਸ ਮਹਾਰਾਜ ਨੇ ਪਹਿਲੇ ਦਿਨ ਕਹਿ ਦਿੱਤਾ ਵੀ ਜਿਹੋ ਜਿਹਾ ਥੜਾ ਬਣਾਉਣ ਨੂੰ ਕਿਹਾ ਸੀ ਉਦਾਂ ਦਾ ਥੜਾ ਬਣਾਇਆ ਨਹੀਂ ਤੁਸੀਂ। ਬਾਬਾ ਰਾਮਾ ਜੀ ਕਹਿਣ ਲੱਗੇ, ਪਾਤਸ਼ਾਹ ਜਿਹੋ ਜਿਹਾ ਤੁਸੀਂ ਕਹਿ ਕੇ ਗਏ ਸੀ ਉਦਾਂ ਦਾ ਹੀ ਬਣਾਇਆ। ਗੁਰੂ ਰਾਮਦਾਸ ਮਹਾਰਾਜ ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਸਾਨੂੰ ਸਮਝ ਨਹੀਂ ਆਉਂਦੀ, ਤੁਸੀਂ ਸਮਝਾਉਂਦੇ ਹੋ, ਤੁਹਾਡੀ ਦਿੱਤੀ ਸਿੱਖਿਆ ਨੂੰ ਅਸੀਂ ਸਮਝ ਨਹੀਂ ਸਕਦੇ, ਮੈਨੂੰ ਖਿਮਾ ਕਰ ਦਿਓ। ਦੂਜੇ ਦਿਨ ਵੀ ਇਹੀ ਘਟਨਾ ਵਾਪਰਦੀ ਹੈ। ਥੜੇ ਬਣਦੇ ਨੇ ਤੇ ਮਹਾਰਾਜ ਭਾਈ ਰਾਮੇ ਦਾ ਥੜਾ ਟਵਾ ਦਿੰਦੇ ਨੇ। ਰਾਮਿਆ ਉਦਾਂ ਦਾ ਥੜਾ ਨਹੀਂ ਬਣਿਆ ਜਿੱਦਾਂ ਦਾ ਬਣਾਉਣ ਵਾਸਤੇ ਕਿਹਾ ਸੀ। ਗੁਰੂ ਰਾਮਦਾਸ ਮਹਾਰਾਜ ਜੀ ਫਿਰ ਹੱਥ ਜੋੜ ਕੇ ਖਲੋ ਜਾਂਦੇ ਨੇ, ਤੁਸੀਂ ਸਾਡੇ ਪਿਤਾ ਤੇ ਅਸੀਂ ਤੁਹਾਡੇ ਪੁੱਤਰ ਆ, ਅਸੀਂ ਤਾਂ ਮਹਾਰਾਜ ਜੀ ਖਿਨ ਖਿਨ ਭੁੱਲਣ ਹਾਰੇ। ਤੀਜੇ ਦਿਨ ਘਟਨਾ ਵਾਪਰਦੀ ਹੈ ਤੇ ਭਾਈ ਰਾਮਾ ਜੀ ਆਖਦੇ ਨੇ, ਮਹਾਰਾਜ ਤੁਸੀਂ ਹੋ ਗਏ ਹੋ ਬਜ਼ੁਰਗ, ਦੱਸ ਕੇ ਜਾਂਦੇ ਹੋ ਤੇ ਸ਼ਾਮ ਨੂੰ ਭੁੱਲ ਜਾਂਦੇ ਹੋ, ਤੇ ਪਾਤਸ਼ਾਹ ਫਿਰ ਇਹ ਥੜਾ ਮੇਰੇ ਕੋਲੋਂ ਨਹੀਂ ਬਣ ਸਕਦਾ। ਇੱਕ ਵਿਦਵਾਨ ਨੇ ਬੜੇ ਸੁੰਦਰ ਬਚਨ ਲਿਖੇ ਨੇ, ਬੜੇ ਧਿਆਨ ਨਾਲ ਸੁਣਿਓ। ਕਹਿੰਦੇ ਭਾਈ ਰਾਮਾ ਜੀ, ਉਹਨਾਂ ਦੇ ਘਰੋਂ ਬੀਬੀ ਦਾ ਨਾਮ ਸੀ ਬੀਬੀ ਦਾਨੀ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬੱਚੀ ਸੀ ਛੋਟੀ। ਕਹਿੰਦੇ ਦਾਨੀ ਦਾ ਭਾਵ ਕੀ ਹੁੰਦਾ? ਇੱਕ ਤਾਂ ਹੁੰਦਾ ਦਾਨ ਦੇਣ ਵਾਲਾ, ਦਾਨੇ ਸ਼ਬਦ ਤੋਂ ਦਾਨੀ ਸ਼ਬਦ, ਦਾਨਾ ਸਿਆਣੇ ਨੂੰ ਕਹਿੰਦੇ, ਅਕਲ ਵਾਲੇ। ਕਹਿੰਦੇ ਭਾਈ ਰਾਮਾ ਅਕਲ ਵਰਤ ਗਿਆ, ਉਹਨੇ ਸ਼ਰਧਾ ਨਹੀਂ, ਉਹਨੇ ਭਾਉ ਨਹੀਂ ਵਰਤਿਆ, ਉਹਨੇ ਆਪਣੀ ਅਕਲ ਵਰਤੀ। ਤੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਘਰੋਂ ਸਨ ਬੀਬੀ ਭਾਨੀ ਜੀ। ਭਾਨੀ ਦਾ ਅਰਥ ਕੀ ਹੈ? ਕਹਿੰਦੇ ਸ਼ਰਧਾ, ਪ੍ਰੇਮ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਸ਼ਰਧਾ ਨੂੰ ਵਰਤ ਗਏ ਤੇ ਭਾਈ ਰਾਮਾ ਅਕਲ ਨੂੰ ਵਰਤ ਗਏ। ਭਾਈ ਰਾਮੇ ਨੇ ਕਹਿ ਦਿੱਤਾ, ਮਹਾਰਾਜ ਤੁਸੀਂ ਭੁੱਲ ਜਾਂਦੇ ਹੋ, ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿ ਦਿੱਤਾ, ਮਹਾਰਾਜ ਮੈਂ ਭੁੱਲ ਜਾਂਦਾ, ਮੈਨੂੰ ਖਿਮਾ ਕਰ ਦਿਓ। ਭਾਈ ਰਾਮੇ ਨੇ 3 ਦਿਨਾਂ ਤੋਂ ਬਾਅਦ ਥੜਾ ਨਹੀਂ ਬਣਾਇਆ। ਗੁਰੂ ਰਾਮਦਾਸ ਮਹਾਰਾਜ ਨੇ 7 ਦਿਨ ਥੜੇ ਬਣਾਏ ਨੇ। ਤੇ ਜਦੋਂ 7ਵਾਂ ਦਿਨ ਹੋਇਆ ਨਾ, ਤੇ ਗੁਰੂ ਅਮਰਦਾਸ ਮਹਾਰਾਜ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਕਹਿਣ ਲੱਗੇ, ਪੁਰਖਾ ਤੇਰਾ ਥੜਾ ਜੁਗੋ ਜੁਗ ਟਲ ਰਹੇ। ਹਾਰਦਾ ਕੌਣ ਹੈ ਜੀ? ਦਾਨਾ। ਜਿੱਤਦਾ ਕੌਣ ਹੈ? ਭਾਵਨਾ ਵਾਲਾ। ਤੇਰਾ ਥੜਾ ਜੁਗੋ ਜੁਗ ਟਲ ਰਹੇਗਾ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਚਲੇ ਜਾਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਥੜਾ ਜੁਗੋ ਜੁਗ ਅਟਲ। ਜਿਹਦੀ ਬਾਬਤ ਕਹਿ ਦਿੱਤਾ, ਡਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਮਹਾਰਾਜ ਦੁਨੀਆ 'ਚ ਥਾਂ ਬੜੇ ਵੇਖੇ ਨੇ, ਪਰ ਤੇਰੀ ਇਸ ਪਾਵਨ ਪਵਿੱਤਰ ਧਰਤੀ ਜਹੀ ਧਰਤੀ ਮੈਂ ਇਸ ਦੁਨੀਆ ਵਿੱਚ ਹੋਰ ਕਿਤੇ ਨਹੀਂ ਵੇਖੀ। ਖਾਲਸਾ ਜੀ, ਦੁਨੀਆ ਵਿੱਚ ਥੜੇ ਤਾਂ ਬੜੇ ਹੋਣਗੇ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਾ ਥੜਾ, ਇਸ ਥੜੇ ਵਰਗਾ ਦੁਨੀਆ ਵਿੱਚ ਕੋਈ ਹੋਰ ਥੜਾ ਨਹੀਂ। ਇਹ ਉਹਨਾਂ ਨੇ ਥੜੇ ਬਣਾ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ 28 ਸਾਲ ਸੇਵਾ ਕਰਕੇ ਇਹ ਬਖਸ਼ਿਸ਼ ਸਾਹਿਬਾਂ ਦੇ ਘਰ ਦੇ ਵਿੱਚੋਂ ਪ੍ਰਾਪਤ ਕੀਤੀ ਹੈ। ਦਾਸ ਨੇ ਮੁੱਢ ਵਿੱਚ ਬੇਨਤੀ ਕੀਤੀ, ਖਾਲਸਾ ਜੀ ਇਹ ਕੇਵਲ ਇਤਿਹਾਸ ਨਹੀਂ, ਇਹ ਸਾਡਾ ਸਿਧਾਂਤ ਹੈ। ਕੋਈ ਅਕਲ ਵਰਤ ਲੈਂਦਾ, ਕੋਈ ਸ਼ਰਧਾ ਵਰਤ ਲੈਂਦਾ,
ਅਕਲ ਵਾਲਾ ਹਾਰ ਜਾਂਦਾ ਹੈ, ਸ਼ਰਧਾ ਵਾਲਾ ਜਿੱਤ ਜਾਂਦਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਹਿਰਦੇ ਦਾ ਭਾਵ ਪ੍ਰੇਮ ਜਿਤਾਇਆ ਤੇ ਸ਼ਰਧਾ ਨਾਲ ਬਖਸ਼ਿਸ਼ ਪ੍ਰਾਪਤ ਕਰ ਲਈ। ਅਕਬਰ ਲਾਹੌਰ ਆਇਆ ਸੀ ਇਹਨਾਂ ਦਿਨਾਂ ਦੇ ਵਿੱਚ। ਅਕਬਰ ਨੂੰ ਸ਼ਿਕਾਇਤ ਕੀਤੀ ਗਈ ਵੀ ਜਿਹੜੇ ਸਿੱਖ ਦੇ ਤੀਰਥਾਂ ਤੇ ਨਹੀਂ ਜਾਂਦੇ। ਇਹਨਾਂ ਨੇ ਆਪਣਾ ਨਵਾਂ ਮਤ ਆਰੰਭ ਕੀਤਾ। ਅਕਬਰ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੁਨੇਹਾ ਭੇਜਿਆ, ਮਹਾਰਾਜ ਜੀ ਕਿਰਪਾ ਕਰੋ, ਤੁਸੀਂ ਲਾਹੌਰ ਆਇਓ ਤੇ ਇੱਥੇ ਆ ਕੇ ਇਹਨਾਂ ਦਾ ਸ਼ੰਕਾ ਨਿਵਰਤ ਕਰੋ। ਸਤਿਗੁਰਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਹੁਕਮ ਕੀਤਾ, ਤੁਸੀਂ ਜਾਓ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਪਾਤਸ਼ਾਹ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ, ਕੀ ਜਵਾਬ ਦਿਆਂਗਾ ਉਹਨਾਂ ਨੂੰ? ਵੱਡੇ ਵੱਡੇ ਵਿਦਵਾਨ ਬੈਠੇ ਹੋਣਗੇ, ਕੀ ਜਵਾਬ ਦਿਆਂਗਾ? ਪਾਤਸ਼ਾਹ ਕਹਿਣ ਲੱਗੇ, ਪੁਰਖਾ ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੂੰ ਪਰਮੇਸ਼ਰ ਦੇ ਘਰ ਵਿੱਚੋਂ ਨਾਮ ਦੀ ਪ੍ਰਾਪਤੀ ਹੋ ਜਾਏ, ਦੁਨੀਆ ਦੀ ਕੋਈ ਵੀ ਇਹੋ ਜਿਹੀ ਵਸਤੂ ਨਹੀਂ ਜਿਹੜੀ ਉਹਨਾਂ ਨੂੰ ਨਾਮ ਪ੍ਰਾਪਤ ਹੋਵੇ। ਤਾਂ ਐਸੇ ਗੁਰੂ ਰਾਮਦਾਸ ਸਾਹਿਬ ਜੀ ਦਾ ਕਥਨ ਹੈ, ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋਇ। ਸ੍ਰੀ ਰਾਗ ਦਾ ਇਹ ਬਚਨ ਹੈ ਕਿ ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਹੈ, ਜਿਸ ਨਾਮ ਨੇ ਸਾਰੀ ਕਾਇਨਾਤ ਦੀ ਸਿਰਜਣਾ ਕੀਤੀ ਹੈ, ਜਿਸ ਨਾਮ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਰਬ ਸ੍ਰੇਸ਼ਟ ਹੈ। ਤੇ ਸਾਹਿਬ ਜੀ ਕਹਿੰਦੇ, ਜਦੋਂ ਸੱਜੇ ਪਾਸੇ ਵੇਖੋਗੇ ਤੁਹਾਨੂੰ ਤਮਾਮ ਗ੍ਰੰਥਾਂ ਦਾ ਗਿਆਨ ਹੋ ਆਵੇਗਾ, ਖੱਬੇ ਪਾਸੇ ਵੇਖੋਗੇ ਰਿੱਧੀਆਂ ਸਿੱਧੀਆਂ ਹੱਥ ਜੋੜ ਖਲੋਤੀਆਂ ਹੋਣਗੀਆਂ। ਸਭ ਰਿਦਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਸਾਰੇ ਖਜ਼ਾਨੇ। ਮਹਾਰਾਜ ਜੀ ਕਹਿੰਦੇ 18 ਸਿੱਧੀਆਂ ਮਾਲਕ ਦੇ ਹੱਥ ਦੇ ਵਿੱਚ ਇਸ ਤਰ੍ਹਾਂ ਪਈਆਂ ਜਿਵੇਂ ਤਲੀ ਤੇ ਆਵਲਾ ਰੱਖਿਆ ਹੋਇਆ। ਉਹਨੇ ਭਗਤਾਂ ਕੋਲੋਂ ਕੁਝ ਛਪਾਇਆ ਨਹੀਂ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨਾ, ਸਤਿਗੁਰੂ 4 ਪਦਾਰਥ ਸਿੱਖ ਨੂੰ ਦਿੰਦੇ, ਸਤਿਗੁਰ ਦੇ ਨਾ ਗੁਰਸਿੱਖ ਮੰਗੈ। ਮਹਾਰਾਜ ਤਾਂ ਦੇਣਾ ਚਾਹੁੰਦੇ, ਗੁਰਸਿੱਖ ਲੈਂਦਾ ਨਹੀਂ। ਪਾਤਸ਼ਾਹ ਸਾਨੂੰ ਨਹੀਂ ਇਹ ਚਾਹੀਦਾ। ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਪਾਵਨ ਪਵਿੱਤਰ ਬਚਨ ਹੈ ਸ੍ਰੀ ਰਾਗ ਦੀ ਵਾਰ ਦੇ ਅੰਦਰ। ਸਾਹਿਬ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਮੈਂ ਤੇਰੇ ਦਰ ਦਾ ਢਾਡੀ ਹਾਂ, ਤੇਰੇ ਦਰ ਤੇ ਚੱਲ ਕੇ ਆਇਆ, ਆ ਕੇ ਤੇਰੀ ਸ਼ੋਭਾ ਗਾਉਂਦਾ। ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ। ਹਰੀ ਨੇ ਬੁਲਾਇਆ, ਕਹਿਣ ਲੱਗੇ ਢਾਡੀ ਨੂੰ ਕੀ ਲੈਣ ਵਾਸਤੇ ਆਇਆ? ਧਰਮ ਚਾਹੀਦਾ, ਅਰਥ ਚਾਹੀਦਾ, ਕਾਮ ਚਾਹੀਦਾ, ਮੋਕਸ਼ ਚਾਹੀਦਾ। 4 ਪਦਾਰਥਾਂ ਵਿੱਚੋਂ ਕਿਹੜਾ ਪਦਾਰਥ ਚਾਹੀਦਾ? ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ। ਤੇ ਹੁਣ ਢਾਡੀ ਕੀ ਕਹਿੰਦਾ? ਹਰ ਦੇਵੋ ਦਾਨ ਦਇਆਲ ਪ੍ਰਭ, ਹਰ ਨਾਮ ਧਿਆ ਹੇ ਦਾ। ਸੋ ਐਸਾ ਹਰ ਨਾਮ ਧਿਆਈਐ ਮੇਰੇ ਜੀੜੇ, ਜੋ ਸਭਨਾ ਉੱਪਰ ਹੁਕਮ ਚਲਾਏ। ਇਹ ਵੀ ਬਚਨ ਗੁਰੂ ਰਾਮਦਾਸ ਸਾਹਿਬ ਜੀ। ਪਰਮੇਸ਼ਰ ਦਾ ਨਾਮ ਸਾਰਿਆਂ ਤੇ ਹੁਕਮ ਚਲਾਉਂਦਾ ਹੈ, ਜਿਹਨੇ ਜਪਿਆ ਉਹਨਾਂ ਦਾ ਹੁਕਮ ਵੀ ਸਾਰਿਆਂ ਤੇ ਚੱਲਦਾ। ਇੱਕ ਬੰਦਾ ਹੁਕਮਰਾਨ ਹੁੰਦਾ ਨਾ ਜੀ, ਪਿੰਡ ਦਾ ਸਰਪੰਚ ਹੋਵੇ, ਉਹਦਾ ਹੁਕਮ ਪਿੰਡ 'ਚ ਚੱਲਦਾ ਜੀ। ਜਿਹੜਾ ਸਟੇਟ ਦਾ ਮਾਲਕ ਹੋਵੇ ਉਹਦਾ ਹੁਕਮ ਸਟੇਟ 'ਚ ਚੱਲਦਾ। ਜਿਹੜਾ ਦੇਸ਼ ਦਾ ਮਾਲਕ ਹੋਵੇ ਉਹਦਾ ਹੁਕਮ ਦੇਸ਼ ਵਿੱਚ ਚੱਲਦਾ। ਇੱਕ ਮਨੁੱਖ ਦਾ ਹੁਕਮ, ਇੱਕ ਹੁਕਮਰਾਨ ਦਾ ਹੁਕਮ ਬੰਦਿਆਂ ਤੇ ਚੱਲਦਾ ਨਾ। ਪਰ ਯਾਦ ਰੱਖਿਓ, ਮਨੁੱਖ ਦਾ ਹੁਕਮ ਮਨੁੱਖ ਦੇ ਉੱਪਰ ਤਾਂ ਚੱਲ ਸਕਦਾ ਹੈ, ਹੋਰ ਕਿਤੇ ਨਹੀਂ ਚੱਲ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਜਾ ਕਾ ਕਹਿਆ ਦਰਗਾਹ ਚੱਲੈ। ਉਹਨਾਂ ਦਾ ਕਿਹਾ ਤੇ ਦਰਗਾਹ ਤਾਈਂ ਵੀ ਚੱਲਦਾ। ਉਹਨਾਂ ਦਾ ਬਚਨ ਸਾਰੀ ਕਾਇਨਾਤ ਮੰਨਦੀ ਹੈ। ਉਹਨਾਂ ਦਾ ਬਚਨ ਜਰਾ ਜਰਾ ਸੱਤ ਕਰਕੇ ਕਬੂਲਦਾ ਹੈ। ਜਿਹੜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਗੁਰਮੁਖ ਪਿਆਰਿਓ, ਮਨੁੱਖ ਦਾ ਹੁਕਮ ਮਨੁੱਖ ਉੱਪਰ ਚੱਲਦਾ ਹੈ, ਪਰ ਬੰਦਗੀ ਕਰਨ ਵਾਲਿਆਂ ਦਾ ਹੁਕਮ ਸਾਰੀ ਸ੍ਰਿਸ਼ਟੀ ਉੱਪਰ ਚੱਲਦਾ ਹੈ। ਉਹਨਾਂ ਦਾ ਕਿਹਾ ਕਦੇ ਕੋਈ ਮੋੜਦਾ ਨਹੀਂ। ਜਿਨ੍ਹਾਂ ਦਾ ਕਿਹਾ ਰੱਬ ਨਾ ਮੋੜੇ, ਉਹਨਾਂ ਦਾ ਕਿਹਾ ਸਾਰੀ ਕਾਇਨਾਤ ਕਿਵੇਂ ਮੋੜ ਸਕਦੀ? ਤੂੰ ਭਗਤਾ ਕਹਿ ਵਸ, ਭਗਤਾ ਤਾਣ ਤੇਰਾ। ਸਾਰੀ ਦੁਨੀਆ ਜਿਹੜੀ ਹੈ ਜੀ, ਉਹ ਰੱਬ ਦੇ ਵਸ ਵਿੱਚ ਹੈ ਤੇ ਰੱਬ ਭਗਤਾਂ ਦੇ ਵਸ ਵਿੱਚ ਹੈ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਜੀ ਇੱਕ ਬਚਨ ਕਹਿੰਦੇ ਸਨ, ਜਿਸ ਦਰਖਤ ਨੇ ਬੁਲੰਦੀ ਛੂਹਣੀ ਹੋਵੇ, ਉਸ ਦਰਖਤ ਨੂੰ ਆਪਣੀ ਜੜ ਓਨੀ ਡੂੰਘੀ ਕਰਨੀ ਪੈਂਦੀ ਹੈ। ਕਹਿੰਦੇ ਜਿਸ ਮਨੁੱਖ ਨੇ ਰੱਬ ਦੇ ਘਰ ਵਿੱਚ ਜਾ
ਉਥੋਂ ਦੀ ਬੁਲੰਦੀ ਨੂੰ ਛੂਹਣਾ ਹੋਵੇ, ਉਹਨੂੰ ਪਰਮੇਸ਼ਰ ਦੇ ਨਾਮ ਦੀ ਕਮਾਈ ਉਨੀ ਗਹਿਰੀ ਕਰਨੀ ਪੈਂਦੀ। ਜਿਨ੍ਹਾਂ ਨਾਮ ਦੀ ਕਮਾਈ ਕੀਤੀ ਉਹਨਾਂ ਦਾ ਕਿਹਾ ਤੇ ਦਰਗਾਹ ਵਿੱਚ ਵੀ ਕਬੂਲਿਆ ਜਾਂਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਰੀ ਦਾ ਨਾਮ ਐਸਾ ਜੋ ਸਭ ਦੇ ਉੱਪਰ ਹੁਕਮ ਚਲਾਉਂਦਾ, ਸੋ ਐਸਾ ਹਰ ਨਾਮ ਧਿਆਈਐ ਮੇਰੇ ਜੀੜੇ, ਜੋ ਸਭਨਾ ਉੱਪਰ ਹੁਕਮ ਚਲਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬਾਂ ਦਾ ਹੁਕਮ ਮੰਨ ਕੇ ਲਾਹੌਰ ਗਏ। ਉਥੇ ਬਾਦਸ਼ਾਹ ਦੇ ਦਰਬਾਰ ਵਿੱਚ ਚਰਚਾ ਹੋਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਓੰਕਾਰ ਦੀ ਧੁਨ ਲਾਈ ਮਹਾਰਾਜ ਨੇ। ਓੰਕਾਰ ਦੀ, ਇਹ ਕੀ ਹੈ ਜੀ? ਸਾਡਾ ਬੀਜ ਮੰਤਰ। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ। ਜਦੋਂ ਮਹਾਰਾਜ ਓੰਕਾਰ ਦੀ ਧੁਨ ਲਾਉਂਦੇ ਨੇ, ਸਾਰੀ ਸਭਾ ਜਿਹੜੀ ਸੁੰਨ ਹੋ ਗਈ। ਇਤਨੀ ਭਾਰੀ ਮਹਿਮਾ ਇਸ ਧੁਨ ਦੀ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ ਦਖਣੀ। ਓੰਕਾਰ ਅੰਦਰ ਮਹਾਰਾਜ ਦੀ ਵਿਆਖਿਆ ਕਰਦੇ, ਇਹ ਉਹ ਧੁਨ ਹੈ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਜਦੋਂ ਧੁਨ ਲਾਈ ਮਹਾਰਾਜ ਨੇ ਤੇ ਸਾਰਾ ਕੁਝ ਸੁੰਨ ਹੋ ਗਿਆ। ਚਲੋ ਇਹਦੇ ਵਿੱਚ ਮੈਂ ਇੱਕ ਘਟਨਾ ਛੋਟੀ ਜੀ ਸ਼ਾਮਲ ਕਰ ਦਿਆਂ, ਇਹ ਗੱਲ ਥੋੜੀ ਜੀ ਹੋਰ ਖੁੱਲ ਜਾਏ। ਬਲਵੰਤ ਗਾਰਗੀ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ। ਉਹਨੇ ਕਦੇ ਦਾਅਵਾ ਨਹੀਂ ਕੀਤਾ ਜੀ ਮੈਂ ਸਿੱਖ ਹਾਂ, ਨਾ ਹੀ ਉਹਦਾ ਕੋਈ ਨਾਤਾ ਸੀ ਸਿੱਖੀ ਨਾਲ ਦੂਰ ਦੂਰ ਦਾ। ਦੋ ਭਰਾ ਹੁੰਦੇ ਸਨ, ਗਰੀਬ ਪਰਿਵਾਰ। ਬਲਵੰਤ ਗਾਰਗੀ ਨੇ ਇੱਕ ਲੇਖ ਲਿਖਿਆ ਜੀ, ਸ਼੍ਰੋਮਣੀ ਕਮੇਟੀ ਨੇ ਉਹ ਲੇਖ ਛਾਪੇ ਵੀ ਸਨ। ਉਹਦਾ ਪਹਿਲਾ ਇੱਕ ਹਿੱਸਾ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਸਾਹਿਬ ਤੇ 1 ਲੱਖ ਉਹਨਾਂ ਨੇ ਪੇਪਰ ਵੰਡੇ ਸਨ। 500 ਅੰਗਰੇਜ਼ੀ ਵਿੱਚ, 50,000 ਅੰਗਰੇਜ਼ੀ ਵਿੱਚ, 50,000 ਪੰਜਾਬੀ ਵਿੱਚ। ਬਲਵੰਤ ਗਾਰਗੀ ਲਿਖਦਾ ਵੀ ਇਸ ਵਕਤ ਸਾਡੀ ਮਾਤਾ ਨੇ ਸਾਨੂੰ ਉਠਾਇਆ, ਮੈਂ ਤੇ ਮੇਰਾ ਭਰਾ ਦੋਨਾਂ ਨੂੰ ਉਠਾ ਕੇ ਨਗਰ ਦੇ ਬਾਹਰ ਇੱਕ ਟਿੱਬੇ ਤੇ ਸਾਧ ਬਹਿੰਦਾ ਸੀ, ਉਹਦੇ ਕੋਲ ਲੈ ਗਈ ਮਾਤਾ ਸਾਡੀ ਮਾਂ ਨੇ ਨਮਸਕਾਰ ਕੀਤੀ, ਵੇਖ ਕੇ ਅਸੀਂ ਵੀ ਮੱਥਾ ਟੇਕ ਦਿੱਤਾ। ਮਾਤਾ ਸਾਡੀ ਕਹਿਣ ਲੱਗੀ, ਬਾਬਾ ਜੀ ਦੋਹਾਂ ਨੂੰ ਪੜਾਉਣ ਦੀ ਤਾਂ ਕੋਈ ਸਮਰੱਥਾ ਨਹੀਂ, ਤੇ ਕਿਰਪਾ ਕਰਕੇ ਇੱਕ ਵੱਲ ਹੱਥ ਕਰ ਦਿਓ ਵੀ ਜਿਹਦੇ ਢਿੱਡ 'ਚ 2 ਅੱਖਰ ਪੈ ਜਾਣ। ਬਲਵੰਤ ਗਾਰਗੀ ਕਹਿੰਦਾ ਵੀ ਉਹ ਸਾਧ ਨੇ ਬਿਨਾਂ ਵੇਖੇ ਨਾ ਮੇਰੇ ਵੱਲ ਹੱਥ ਕਰ ਦਿੱਤਾ ਵੀ ਇਹਨੂੰ ਪੜਾ ਦੇ। ਕਹਿੰਦਾ ਜੇ ਮੇਰੇ ਵੱਲ ਹੱਥ ਨਾ ਉਹ ਸਾਧੂ ਕਰਦਾ, ਮੇਰੇ ਭਰਾ ਵੱਲ ਹੱਥ ਕਰ ਦਿੰਦਾ ਨਾ, ਤੇ ਮੈਂ ਬੁਢਲਾਡੇ ਮੰਡੀ ਦੇ ਵਿੱਚ ਆੜ੍ਹਤੀ ਹੁੰਦਾ। ਕਿਉਂਕਿ ਬਲਵੰਤ ਗਾਰਗੀ ਦਾ ਭਰਾ ਬੁਢਲਾਡੇ ਮੰਡੀ ਵਿੱਚ ਆੜ੍ਹਤੀ ਸੀ। ਕਹਿੰਦੇ ਫਿਰ ਉਹਨੇ ਕਵੀ ਹੋਣਾ ਸੀ ਤੇ ਮੈਂ ਆੜ੍ਹਤੀ ਹੋਣਾ ਸੀ, ਪਰ ਉਹ ਸਾਧ ਨੇ ਮੇਰੇ ਵੱਲ ਹੱਥ ਕਰ ਦਿੱਤਾ ਤੇ ਮੇਰੀ ਮਾਂ ਸਾਨੂੰ ਘਰ ਲੈ ਗਈ, ਮੇਰੇ ਭਰਾ ਨੂੰ ਛੱਡਿਆ ਤੇ ਮੈਨੂੰ ਗੁਰਦੁਆਰਾ ਸਾਹਿਬ ਲੈ ਗਏ। ਉਦੋਂ ਸਕੂਲ ਨਹੀਂ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪੜ੍ਹਾਈ ਜਿਹੜੀ ਕਰਾਈ ਜਾਂਦੀ ਸੀ। ਬੱਚੇ ਉੱਥੇ ਰੋਜ਼ ਪੜ੍ਹਨ ਵਾਸਤੇ ਆਉਂਦੇ, ਮੈਂ ਵੀ ਜਾਂਦਾ। ਮੈਂ ਇੱਕ ਦਿਨ ਪੁੱਛਿਆ ਵੀ ਇੱਥੇ ਪੜ੍ਹਾਈ ਵੀ ਹੁੰਦੀ ਆ ਕਿ ਸਾਰੇ ਖੇਡ ਕੇ ਤੁਰ ਜਾਂਦੇ ਨੇ? ਬੱਚਿਆਂ ਨੇ ਆਖਿਆ ਵੀ ਇੱਥੇ ਨਿਹੰਗ ਬਾਬਾ ਜੀ ਆਉਂਦੇ ਨੇ, ਕੁਝ ਦਿਨਾਂ ਬਾਅਦ ਨਵੀਂ ਸੰਥਿਆ ਦੇ ਦਿੰਦੇ, ਪੁਰਾਣੀ ਸੁਣ ਲੈਂਦੇ ਨੇ, ਜਿਸ ਦਿਨ ਆਵਣਗੇ ਉਸ ਦਿਨ ਪੜ੍ਹਾਈ ਹੋਵੇਗੀ। ਇੱਥੇ ਤਾਂ ਇਦਾਂ ਹੀ ਪੜ੍ਹਾਈ ਹੁੰਦੀ। ਗਾਰਗੀ ਕਹਿੰਦਾ ਕੁਝ ਦਿਨਾਂ ਬਾਅਦ ਅਚਾਨਕ ਰੌਲਾ ਪੈ ਗਿਆ ਵੀ ਬਾਬਾ ਜੀ ਆ ਗਏ। ਸਾਰੇ ਬੱਚੇ ਕਤਾਰਾਂ ਬੰਨ੍ਹ ਕੇ ਖਲੋ ਗਏ। ਸਰਪੜ ਘੋੜਾ ਦੌੜਾਈ, ਨੀਲੇ ਬਾਣੇ ਵਿੱਚ, ਹੱਥ ਵਿੱਚ ਬਰਛੀ ਲੈ ਕੇ ਇੱਕ ਬਾਬਾ ਜੀ ਆਏ ਕੋਲ। ਸਾਰਿਆਂ ਨੇ ਫਤਿਹ ਗਜਾਈ ਤੇ ਮੇਰੇ ਵੱਲ ਕਹਿੰਦੇ ਬਰਛਾ ਕਰਕੇ ਆਖਣ ਲੱਗੇ, ਤੂੰ ਕਿਹਨਾਂ ਦਾ ਮੁੰਡਾ ਭਾਈ? ਬੜੀ ਗਹਿਰਾਈ ਨਾਲ ਸੁਣਿਓ, ਇਹ ਬਚਨ ਬੜੇ ਕੀਮਤੀ ਨੇ। ਕਿਹਨਾਂ ਦਾ ਮੁੰਡਾ? ਕਹਿੰਦਾ ਬਾਬਾ ਜੀ ਮੈਂ ਬਾਣੀਆਂ ਦਾ ਮੁੰਡਾ। ਸੁਣਾ ਫਿਰ ਕੀ ਆਉਂਦਾ? ਬਾਬਾ ਜੀ ਮੈਨੂੰ ਕੁਝ ਨਹੀਂ ਆਉਂਦਾ, ਮੈਂ ਨਵਾਂ ਆ, ਮੈਨੂੰ ਸੰਥਿਆ ਦਿਓਗੇ, ਜਿਹੜੀ ਸੰਥਿਆ ਦਿਓਗੇ ਉਹਨੂੰ ਪਕਾ ਲਵਾਂਗਾ, ਅਗਲੀ ਵਾਰ ਸੁਣਾ ਦੇ। ਬਾਬਾ ਜੀ ਨੇ ਇਸ਼ਾਰਾ ਕੀਤਾ ਬੱਚਿਆਂ ਨੂੰ ਪਿੱਛੇ ਹਟਣ। ਬਰਛੇ ਦੀ ਨੋਕ ਦੇ ਨਾਲ ਜ਼ਮੀਨ ਦੇ ਉੱਪਰ ਉਹਨਾਂ ਨੇ ਏਕਾ ਵਾਹਿਆ ਤੇ ਖੁੱਲੇ ਮੂੰਹ ਵਾਲਾ ਊੜਾ ਵਾਹ ਕੇ ਕਹਿਣ ਲੱਗੇ, ਹੱਥ ਜੋੜ ਕੇ ਜ਼ਮੀਨ ਤੇ ਸਿਰ ਰੱਖ ਕੇ ਇਹਨੂੰ ਨਮਸਕਾਰ ਕਰ। ਕਹਿੰਦੇ ਮੈਂ ਹੱਥ ਜੋੜੇ, ਨਮਸਕਾਰ ਕੀਤੀ। ਕਹਿੰਦੇ ਬੋਲ ਇੱਕ ਓੰਕਾਰ। ਬਲਵੰਤ ਗਾਰਗੀ ਕਹਿੰਦਾ ਮੈਂ ਪਿੱਛੇ ਇੱਕ ਓੰਕਾਰ ਪੜ੍ਹਿਆ। ਉਹ ਬਾਬਾ ਜੀ ਕਹਿਣ ਲੱਗੇ, ਬੇਟਾ
तेरी जिंदगी का यह पहला सबक है। बलवंत गार्गी कहंदा बाबा जी ने जेड़ा मैनू आ जेड़ा सबक दिता सी ना एक ओंकार दा, कहंदा मेरी जिंदगी का यह पहला सबक है, पर सच जानियो मेरी जिंदगी का आखिरी सबक भी है। मेरी जितनी भी विद्या है सारी विद्या इन्हां दो अखरां दे विच विच है। पहला सबक भी यही है, आखिरी सबक भी यही है। मेरी बाकी सारी पढ़ाई जिहड़ी ना इन्हां दो अखरां दे विच विच है। वो अखर है गुरु ग्रंथ साहिब दा पहला अखर एक ओंकार, जो गुरु नानक साहिब जी अमोलक दात साडी झोली विच पा के गए ते जेदी बाबत मेरे साहिबां ने आख्या सी बीज मंत्र सर्ब को ज्ञान, चौ वरना मैं जपै को नाम, जो जो जपै तिस की गत होए। कोई भी जप लेवे ओदा भला होवे। उस ओंकार दी धुन लापी गुरु रामदास महाराज ने अकबर बादशाह दे दरबार अंदर ओदा सिर झुक गया महाराज दे चरणां विच। उथों साहिब जी जदों वापस चलण लगे, बाजार दे विच बड़ा कीमती एक बस्तर विकदा सी। मन ने आख्या भी मना ये बस्तर खरीद के क्यों ना गुरु साहिब जी वास्ते लै जावां, पर माया कोल नहीं सी। कहंदे उत्थे ही ध्यान धार के ना गुरु अमरदास सच्चे पातशाह दा बस्तर खरीदिया, ओनू सीविया ते महाराज नूं उत्थे ही पहना दिता। महाराज सच्चे पातशाह गुरु अमरदास साहिब जी तखत ते बैठे, कदे सज्जी बांह उपर करन कदे खब्बी बांह उपर करन। पातशाह सिख वेख के बड़े हैरान हो गए। हुण अंदर दा भेद, अंदर दी रमज नूं कोई समझदा नहीं सी भी खेड़ की वरतदी है। उस बाजार विचों महाराज जी निकले, जेब दे विच एक रजत पण सीगा। उन्हां दिनां विच रजत पण हुंदा सी। आपां कहने आ गुरु नानक साहिब ने 20 रुपए का सच्चा सौदा किया, एक ने किंतु किया भी उदों रुपए तो हुंदे नहीं सन, असल विच हुंदे तां रजत पण सन। उन्हां नूं प्रचारिया 20 रुपये के रूप दे विच गए, हुंदे रजत पण सन। एक रजत पण जेब दे विच सतगुरां ने एक कुरुत्ता अंब खरीदे, बेरुत्ता, ओनू खरीद के पातशाह जी चल पे। रस्ते विच एक रात गुजारी, सवेरे चले ते भैरोंवाल एक नगर पैंदा जी अमृतसर साहिब दे नेड़े। जदों भैरोंवाल नगर पातशाह पहुंचे ने ते गर्मी करके अंब जेड़ा सी वो रिसण लग पिया। कहण लगे मना भी किते ना होवे भी ये जेड़ा अंब जांदियां ताईं खराब हो जाए, उत्थे हथ जोड़ लो, थोड़ा जिहा ध्यान दिओ भी हुण कड़ा प्रसाद नूं भोग क्यों लगदा जी ते किवें लगदा। उथे दोने हाथ जोड़ के अरदास की, हे पातशाह ये फल तुहाडे वास्ते लैके आया सी, पर महाराज बेमौसमा ये फल है ते गोइंदवाल साहिब तक पहुंचदियां ने खराब हो जाना है। ते पातशाह मैं तुहाडे चरनां विच भेट करदा, किरपा करो ये तुसीं प्रवान करो। इन्नी गल कह के साहिबां दे चरनां दा ध्यान धार के ना अंब आप छकण लग पए। ते इधर गोइंदवाल साहिब की धरती ते गुरु अमरदास महाराज ने मुख विचों गिट कढ़ी ते भाई बल्लू नूं दे दित्ती। बल्लू इहनूं संभाल के रख दे, तेरे कोल जरूर लवांगे, समा आवेगा। गुरु रामदास महाराज जी भैरोंवाल नगर तो चल के अमृतसर हुंदियां पातशाह जी गोइंदवाल साहिब आ गए। नमस्कार कीती ते गुरु अमरदास महाराज ने सुभावक पुछया, पुरखा नगरी विचों साडे लई की लैके आए? हाथ जोड़ के कहण लगे पातशाह एक चोला पहनाया सी तुहानूं, मुल तां नहीं सी मेरे कोल, पर मेरे कोल प्रेम दा मुल सी। उस प्रेम दे मुल दे नाल एक वस्त्र तुहानूं पहना दिता है ते पातशाह एक अंब खरीदिया सी ते ओ अंब भी तुहानूं छका दिता है। ते धन गुरु अमरदास महाराज भाई बल्लू नूं कहंदे जा भाई बल्लू फिर गिटक लैके आ। यह है जी ध्यान साधना, गुरु का सिमरन। गुरु अमरदास साहिब जी का इतिहास विच एक बोल है, सिखां ने एक दिन कहा पातशाह तुसीं ओकरा छकदे हो, असीं 36 प्रकार के पकवान छकदे आ, तुसीं ओकरा छकदे हो, सानूं चंगा नहीं लगदा। पातशाह ने चोला कीता,
ਧਰਤੀ ਉੱਪਰ ਭੋਜਨ ਦੇ ਅੰਨ ਦੇ ਅੰਸ਼ ਡਿੱਗੇ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਆ ਗੁਰਸਿੱਖੋ ਤੁਸੀਂ ਇਹ ਨਾ ਸੋਚੋ ਮੈਂ ਓਗਰਾ ਛਕਦਾ, ਜੋ ਕੁਝ ਮੇਰੇ ਗੁਰਸਿੱਖ ਛਕਦੇ ਨੇ ਉਹ ਮੇਰੇ ਤਾਈਂ ਪਹੁੰਚਦਾ। ਉਸ ਭੋਜਨ ਦਾ ਇੱਕ ਇੱਕ ਅੰਸ਼ ਜ਼ਮੀਨ ਤੇ ਪਿਆ ਹੋਇਆ। ਤੇ ਬਚਨ ਕੀ ਹੋਇਆ, ਜਿਨ੍ਹਾਂ ਨੇ ਮੁਖ ਦੁਆਰਾ ਵਾਹਿਗੁਰੂ ਕਹਿ ਕੇ ਭੋਜਨ ਛਕਿਆ, ਉਹ ਭੋਜਨ ਮੇਰੇ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ। ਆ ਜਿਹੜੀ ਕੜਾ ਪ੍ਰਸ਼ਾਦ ਦੀ ਦੇਗ ਨੂੰ ਨਿਤਾਂ ਪ੍ਰਤੀ ਭੋਗ ਆਪਾਂ ਲਾਉਨੇ ਆ ਨਾ, ਇਹ ਸਤਿਗੁਰਾਂ ਤਾਈਂ ਪ੍ਰਵਾਨ ਹੁੰਦਾ ਹੈ। ਇਹ ਕੇਵਲ ਇਹ ਨਹੀਂ ਵੀ ਆਪਾਂ ਸ੍ਰੀ ਸਾਹਿਬ ਭੇਟ ਕਰ ਦਿੱਤੀ ਤੇ ਗੱਲ ਖਤਮ ਹੈ। ਜੋ ਗੁਰਸਿੱਖ ਵਾਹਿਗੁਰੂ ਕਹਿ ਮੁਖ ਵਿੱਚ ਪਾਵਦੇ ਉਹ ਗੁਰੂ ਤਾਈਂ ਪਹੁੰਚਦਾ ਹੈ, ਉਹਨੂੰ ਸਤਿਗੁਰੂ ਪ੍ਰਵਾਨ ਕਰਦੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਤਪਾ ਚੱਲ ਕੇ ਆਇਆ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਤੀਰਥਾਂ ਤੇ ਨਹੀਂ ਜਾਂਦੇ? ਪਾਤਸ਼ਾਹ ਕਹਿੰਦੇ, ਤੀਰਥਾਂ ਦੇ ਉੱਪਰ ਜਾਣ ਦਾ ਫਲ ਕੀ ਹੈ? ਕਹਿੰਦਾ ਜੀ ਸੁੱਖ ਮਿਲਦਾ। ਪਾਤਸ਼ਾਹ ਕਹਿੰਦੇ, ਸੁੱਖ ਲੈਣ ਲਈ ਕਸ਼ਟ ਸਹਾਰਨਾ ਪੈਂਦਾ। ਹੁਣ ਜਿਹੜਾ ਤੀਰਥਾਂ ਤੇ ਜਾਵੇਗਾ ਕਸ਼ਟ ਤੇ ਸਹਾਰੇਗਾ ਨਾ ਜੀ, ਯਾਤਰਾ ਕਰਕੇ ਜਾਏਗਾ। ਚਲੋ ਹੁਣ ਤਾਂ ਸਾਧਨ ਬੜੇ, ਪਹਿਲਾਂ ਤੁਰ ਕੇ ਜਾਣਾ ਪੈਂਦਾ ਸੀ। ਮਹਾਰਾਜ ਜੀ ਕਹਿੰਦੇ ਕਸ਼ਟ ਸਹਾਰ ਕੇ ਸੁੱਖ ਪ੍ਰਾਪਤ ਕਰਨਾ। ਤੇ ਸਾਹਿਬ ਜੀ ਕਹਿੰਦੇ, ਮਾਨੋ ਵੀ ਜਿਹੜਾ ਤੁਸੀਂ ਪੁੰਨ ਕੀਤਾ ਹੈ ਉਹਦੇ ਬਦਲੇ ਤੁਹਾਨੂੰ ਸਵਰਗ ਮਿਲ ਗਿਆ। ਜਦੋਂ ਪੁੰਨ ਖਤਮ ਹੋ ਗਏ ਤੇ ਫਿਰ ਕੀ ਕਰੋਗੇ? ਗੁਰੂ ਰਾਮਦਾਸ ਮਹਾਰਾਜ ਤਪੇ ਨੂੰ ਕਹਿਣ ਲੱਗੇ, ਤਪਾ ਜੀ ਸਾਡੇ ਵਾਸਤੇ ਸਭ ਤੋਂ ਵੱਡਾ ਤੀਰਥ ਅਕਾਲ ਪੁਰਖ ਦਾ ਨਾਮ ਹੈ। ਨਾਮ ਤੋਂ ਵੱਡਾ ਤੀਰਥ ਇਸ ਦੁਨੀਆ ਦੇ ਵਿੱਚ ਕੋਈ ਨਹੀਂ। ਤੇ ਜਿਸ ਸਵਰਗ ਦੀ ਗੱਲ ਤੁਸੀਂ ਕਰਦੇ ਹੋ, ਇਹ ਸਵਰਗ ਤਾਂ ਸੰਤਾਂ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਕਵਨ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦਊ ਰਾਧੇ, ਹਮ ਕਾਹੂ ਕੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸਾਦ। ਕੀ ਸਵਰਗ ਤੇ ਕੀ ਨਰਕ, ਸੰਤਾਂ ਨੇ ਤਾਂ ਦੋਨਾਂ ਨੂੰ ਰੱਦ ਕੀਤਾ। ਸੰਤਾਂ ਨੂੰ ਤਾਂ ਦੋ ਹੀ ਪ੍ਰਵਾਨ ਨਹੀਂ ਕਰਦੇ। ਸੰਤ ਨਰਕ ਵਿੱਚ ਨਹੀਂ ਜਾਂਦਾ, ਸੰਤ ਸਵਰਗ ਦੀ ਇੱਛਾ ਵੀ ਨਹੀਂ ਰੱਖਦਾ, ਕਿਉਂਕਿ ਉਹਨੂੰ ਸਵਰਗ ਵਿੱਚ ਜਾਣਾ ਚੰਗਾ ਨਹੀਂ ਲੱਗਦਾ। ਜਿਹੜਾ ਸਵਰਗ ਵਿੱਚ ਜਾਏਗਾ, ਪੁੰਨ ਖਤਮ ਹੋਣ ਤੋਂ ਬਾਅਦ ਉਹ ਫਿਰ ਦੁਬਾਰਾ ਰਸਾਤਲ ਵਿੱਚ ਜਾ ਡਿੱਗੇਗਾ। ਸੰਤ ਜਨ ਚਾਹੁੰਦੇ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਉਸ ਪ੍ਰਭੂ ਵਿੱਚ ਜਾ ਕੇ ਅਭੇਦ ਹੋ ਜਾਈਏ, ਜਿੱਥੇ ਅਬਨਾਸੀ ਸੁਖ ਆਪਨ ਆਸਨ, ਜਨਮ ਮਰਨ ਤਹਿ ਨਹੀਂ ਬਿਨਾਸਨ। ਨਾ ਜਿੱਥੇ ਜਨਮ ਹੈ ਤੇ ਨਾ ਜਿੱਥੇ ਮਰਨ ਹੈ। ਤਪੇ ਦਾ ਸਿਰ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਝੁਕ ਗਿਆ। ਬਾਬਾ ਆਦਮ ਜੀ ਦੀ ਕਥਾ ਆਪਾਂ ਸਾਰੇ ਜਾਣਦੇ ਆ। ਭਾਈ ਭਗਤੂ ਸਾਹਿਬ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਪ੍ਰਗਟ ਹੋਏ। ਇਸ ਇਤਿਹਾਸ ਵਿੱਚੋਂ ਇੱਕ ਬੜਾ ਨਵੇਕਲਾ ਜਿਹਾ ਪੱਖ ਮੈਂ ਬੇਨਤੀ ਕਰਨੀ ਹੈ। ਬਾਬਾ ਆਦਮ ਜੀ ਨੂੰ ਜਦੋਂ ਪੁੱਤਰ ਨਾ ਪ੍ਰਾਪਤ ਹੋਇਆ ਤੇ 70 ਸਾਲ ਦੀ ਅਵਸਥਾ ਵਿੱਚ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਕੀਤੀ। 6 ਮਹੀਨੇ ਲਗਾਤਾਰ ਸੇਵਾ ਕਰਦੇ ਰਹੇ। ਹੈਰਾਨੀ ਵਾਲੀ ਗੱਲ ਇਹ ਸੀ ਕਿ ਬਾਬਾ ਆਦਮ ਜੀ ਨੇ 6 ਮਹੀਨੇ ਵਿੱਚ ਗੁਰੂ ਰਾਮਦਾਸ ਮਹਾਰਾਜ ਕੋਲੋਂ ਪੁੱਤਰ ਮੰਗਿਆ ਨਹੀਂ। ਭਾਵਨਾ ਹੋਵੇਗੀ ਪਰ ਪੁੱਤਰ ਮੰਗਿਆ ਨਹੀਂ। ਕਦੇ ਨਹੀਂ ਆਖਿਆ ਮਹਾਰਾਜ ਮੈਨੂੰ ਪੁੱਤਰ ਦੇ ਦਿਓ। ਤਾਂ ਜਦੋਂ ਕੋਈ ਸਤਿਗੁਰਾਂ ਦੇ ਘਰ ਦੀ ਇੰਨੀ ਭਾਵਨਾ ਨਾਲ ਸੇਵਾ ਕਰਦਾ ਹੈ ਤੇ ਮਹਾਰਾਜ ਜੀ ਫਿਰ ਉਹਨੂੰ ਦਾਤ ਦੇ ਕੇ ਨਿਵਾਜਣ ਵੀ ਕਿਉਂ, ਉਹਦੀ ਝੋਲੀ ਕਿਉਂ ਨਾ ਭਰਨ। ਬਾਬਾ ਆਦਮ ਜੀ ਦੀ ਸੇਵਾ ਸਫਲੀ ਹੋਈ। ਮਹਾਰਾਜ ਜੀ ਪ੍ਰਚਾਰ ਦਾ ਦੌਰਾ ਕਰਕੇ ਆਏ, ਠੰਡ ਬੜੀ ਪੈਂਦੀ ਸੀ। ਬਾਬਾ ਆਦਮ ਜੀ ਨੇ ਲੱਕੜਾਂ ਲਿਆ ਕੇ ਗੁਰਸਿੱਖਾਂ ਦੇ ਡੇਰਿਆਂ ਵਿੱਚ 4 ਚੁਫੇਰੇ ਅਗਨ ਬਾਲੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਤੇ ਖੁਸ਼ ਹੋਏ। ਕਹਿੰਦੇ ਕਿਸ ਸਿੱਖ ਨੇ ਪਰਉਪਕਾਰ ਕੀਤਾ? ਗੁਰਸਿੱਖਾਂ ਨੇ ਆਖਿਆ ਮਹਾਰਾਜ ਜੀ ਬਾਬਾ ਆਦਮ ਜੀ। ਬਠਿੰਡੇ ਨਗਰ ਵਿੱਚ ਭੁੱਚੋ ਨਗਰ ਪੈਂਦਾ, ਉੱਥੋਂ ਦੇ ਸਨ ਬਾਬਾ ਜੀ। ਸਤਿਗੁਰਾਂ ਨੇ ਬਾਬਾ ਆਦਮ ਜੀ ਨੂੰ ਸੱਦਿਆ ਤੇ ਕਹਿਣ ਲੱਗੇ, ਪੁਰਖਾ ਮੰਗ ਕੀ ਮੰਗਦਾ? ਬੜੀ ਭਾਰੀ ਸੇਵਾ ਕੀਤੀ। ਬਾਬਾ ਆਦਮ ਜੀ ਸੋਚਣ ਲੱਗੇ ਵੀ ਜੇ ਮੈਂ ਮਹਾਰਾਜ ਨੂੰ ਕਹਾਂ ਵੀ ਪੁੱਤਰ ਦੇ ਦਿਓ, 70 ਸਾਲ ਦੀ ਉਮਰ ਦੇ ਨੇੜੇ ਪਹੁੰਚ ਚੁੱਕਾ, ਹਾਸੋਹੀਣੀ ਜੀ ਗੱਲ ਹੈ, ਲੋਕ ਮਖੌਲ ਕਰਨਗੇ। ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਸਿੱਖੀ ਦੇ ਦਿਓ, ਦਰਸ਼ਨਾਂ ਦੀ ਦਾਤ ਦੇ ਦਿਓ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਮੁਸਕਰਾਏ, ਆਖਣ ਲੱਗੇ ਬਾਬਾ ਆਦਮ ਜੀ ਕੱਲ ਨੂੰ ਫੇਰ ਆਏ। ਵੇਖੋ ਜਦੋਂ ਸਤਿਗੁਰੂ ਦਾਤ ਦੇਣ, ਕਿਸੇ ਨੂੰ ਦਾਤ ਦੇਣਾ ਚਾਹਣ ਮਹਾਰਾਜ, ਤੇ ਫਿਰ ਉਹਨੂੰ ਨਿਵਾਜ ਦੇ ਦਾਸ ਨੇ ਮੁੱਢ ਵਿੱਚ ਬੇਨਤੀ ਕੀਤੀ ਸੀ, ਜਿਹਨੇ ਆਪਣੇ ਆਪ ਨੂੰ ਪਾਤਰ ਬਣਾ ਲਿਆ ਨਾ, ਯੋਗ ਬਣਾ ਲਿਆ, ਉਹਨੂੰ ਮੰਗਣ ਦੀ ਲੋੜ ਵੀ ਨਹੀਂ ਪੈਂਦੀ, ਬਿਨਾਂ ਮੰਗਿਆਂ ਉਹਦੀ ਝੋਲੀ ਭਰ ਜਾਂਦੀ। ਬਾਬਾ ਆਦਮ ਜੀ ਨੇ ਦਾਤ ਮੰਗੀ ਨਹੀਂ, ਕਿਤੇ ਨਾ ਕਿਤੇ ਚਾਹਨਾ ਸੀ, ਸੇਵਾ ਕੀਤੀ, ਮਨਾ ਵੀ ਕਰ ਗਏ ਮਹਾਰਾਜ ਨੂੰ ਵੀ ਸਿੱਖੀ ਚਾਹੀਦੀ ਹੈ, ਹੋਰ ਕੁਝ ਨਹੀਂ ਚਾਹੀਦਾ। ਸਤਿਗੁਰਾਂ ਨੇ ਫਿਰ ਅਗਲੇ ਦਿਨ ਸੱਦਿਆ। ਬਾਬਾ ਆਦਮ ਜੀ ਅਗਲੇ ਦਿਨ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਉਂਦੇ ਨੇ, ਸਪਤਨੀ ਅੱਜ ਨਾਲ ਸੀ, ਤੇ ਸਾਹਿਬ ਜੀ ਕਹਿਣ ਲੱਗੇ ਬਾਬਾ ਆਦਮ ਜੀ ਕੀ ਮੰਗ ਹੈ ਤੁਹਾਡੀ? ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਬਜ਼ੁਰਗ ਹੋ ਗਿਆ, ਅਵਸਥਾ ਤਾਂ ਇਦਾਂ ਦੀ ਹੈ ਵੀ ਜੈਸੇ ਸੁੱਕੀ ਲੱਕੜ ਨੂੰ ਕਦੇ ਫਲ ਨਹੀਂ ਲੱਗਦਾ, ਨਾ ਉਹ ਕਦੇ ਹਰੀ ਹੁੰਦੀ। ਮੇਰੇ ਹਾਲਾਤ ਕੁਝ ਇਦਾਂ ਦੇ, ਪਰ ਮਨ ਅੰਦਰ ਖਵਾਹਿਸ਼ ਹੈ ਵੀ ਮੇਰੇ ਘਰ ਵਿੱਚ ਪੁੱਤਰ ਹੋ। ਹੁਣ ਧਿਆਨ ਦਿਓ ਵੀ ਉਹਨਾਂ ਦੀ ਮੰਗ ਕੀ ਸੀ। ਮੇਰੇ ਘਰ ਵਿੱਚ ਪੁੱਤਰ ਹੋਵੇ, ਪਰ ਹੋਵੇ ਤੁਹਾਡਾ ਸਿੱਖ। ਮੇਰਾ ਪੁੱਤਰ ਸਿੱਖ ਹੋਵੇ ਤੇ ਮੇਰੀ ਬੰਸ ਵੀ ਸਿੱਖ ਹੋਵੇ। ਇਹ ਦਾਤ ਮੈਂ ਤੁਹਾਡੀ ਝੋਲੀ, ਇਹ ਦਾਤ ਮੈਂ ਤੁਹਾਡੇ ਚਰਨਾਂ ਵਿੱਚੋਂ ਮੰਗਦਾ, ਇਹ ਮੇਰੀ ਝੋਲੀ ਵਿੱਚ ਪਾਓ। ਮੇਰੇ ਘਰ 'ਚ ਪੁੱਤਰ ਹੋਵੇ ਵੀ ਤੁਹਾਡਾ ਸਿੱਖ, ਕੱਲਾ ਪੁੱਤਰ ਸਿੱਖ ਨਾ ਹੋਵੇ ਮੇਰੇ ਪਾਤਸ਼ਾਹ, ਮੇਰੀ ਬੰਸ ਵੀ ਤੁਹਾਡੀ ਸਿੱਖ ਹੋਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਨੇਤਰ ਬੰਦ ਕੀਤੇ ਤੇ ਭਾਈ ਆਦਮ ਜੀ ਨੂੰ ਵਰ ਦਿੱਤਾ, ਤੁਹਾਡੇ ਘਰ ਵਿੱਚ ਪੁੱਤਰ ਹੋਵੇਗਾ ਜੋ ਭਗਤੀ ਦਾ ਘਰ ਹੋਵੇਗਾ, ਨਾਮ ਉਹਦਾ ਭਗਤੂ ਰੱਖਿਓ ਜੀ, ਨਾਮ ਉਹਦਾ ਭਗਤੂ ਰੱਖਿਓ, ਭਗਤੀ ਦਾ ਘਰ। ਖਾਲਸਾ ਜੀ ਪੁੱਤਰ ਤਾਂ ਮਿਲਿਆ, ਪੁੱਤਰ ਸਿੱਖ ਵੀ ਸੀ, ਕੱਲਾ ਪੁੱਤਰ ਸਿੱਖ ਨਹੀਂ ਸੀ, ਬਾਬਾ ਆਦਮ ਜੀ ਦੀ ਸਾਰੀ ਬੰਸੀ ਸਿੱਖ ਸੀ। ਆਪਣੇ ਲਾਗੇ ਕੈਂਥਲ ਪੈਂਦਾ, ਕੈਂਥਲ ਦਾ ਰਾਜਾ ਉਦੈ ਸਿੰਘ ਹੋਇਆ, ਜਿੱਥੇ ਬਹਿ ਕੇ ਕਵੀ ਰਾਜ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਹੈ। ਇਹ ਉਹੀ ਰਾਜਾ ਉਦੈ ਸਿੰਘ ਹੈ ਜਿਹੜਾ ਬਾਬਾ ਆਦਮ ਜੀ ਦੇ ਪਰਿਵਾਰ ਵਿੱਚੋਂ ਹੋਇਆ। ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਨੇ। ਬਾਬਾ ਆਦਮ ਜੀ ਪੁੱਤਰ ਦੀ ਦਾਤ ਤਾਂ ਲੈ ਗਏ, ਤੇ ਜਾਂਦੀ ਵਾਰੀ ਸਾਨੂੰ ਇਹ ਵੀ ਸਿਖਾ ਗਏ ਵੀ ਮੰਗੋ ਵੀ ਜ਼ਰੂਰ, ਪਰ ਨਾਲ ਸਿੱਖੀ ਜ਼ਰੂਰ ਮੰਗਿਓ, ਕਿਉਂਕਿ ਸਿੱਖੀ ਤੋਂ ਅਮੋਲਕ ਦੁਨੀਆ ਵਿੱਚ ਕੁਝ ਨਹੀਂ, ਜੇ ਸਿੱਖੀ ਨਹੀਂ ਤਾਂ ਕੁਝ ਵੀ ਨਹੀਂ। ਨਿਰਮਲੇ ਮਹਾਂਪੁਰਖ ਸੰਤ ਗੁਲਾਬ ਸਿੰਘ ਜੀ ਇੱਕ ਬਚਨ ਲਿਖਦੇ ਨੇ, ਕਹਿੰਦੇ ਮਾਨੋ ਵੀ ਤੇਰੇ ਪਾਸ ਧਨ ਬੜਾ, ਮਾਨੋ ਤੇਰੇ ਪਾਸ ਸੋਨੇ ਦੇ ਘਰ ਨੇ, ਤੇਰੇ ਘਰ ਦੇ ਮੂਹਰੇ ਹਾਥੀ ਖੜੇ ਨੇ, ਘੋੜੇ ਖੜੇ, ਪਰ ਜੇ ਇਹ ਕੁਝ ਤੂੰ ਸੇਵਾ ਦੇ ਵਿੱਚ ਨਾ ਲਾਇਆ ਤੇ ਤੇਰਾ ਸਾਰਾ ਕੁਝ ਵਿਅਰਥ ਹੈ। ਇਥੋਂ ਮੇਰੇ ਅੰਦਰ ਭਾਵਨਾ ਪੈਦਾ ਹੋਈ। ਉਹਨਾਂ ਨੇ ਤੇ ਦੁਨਿਆਵੀ ਮਾਇਆ ਦੀ ਗੱਲ ਕੀਤੀ ਹੈ ਵੀ ਜੇ ਦਾਨ ਨਾ ਕੀਤਾ ਤੇ ਇਹ ਸਾਰਾ ਕੁਝ ਤੇਰਾ ਵਿਅਰਥ ਹੈ। ਮਾਨੋ ਅਸੀਂ ਸਿੱਖ ਕਹਾਉਂਦੇ ਹਾਂ, ਮਾਨੋ ਸਾਡੇ ਕੋਲ ਦੁਨੀਆ ਦੇ ਪਦਾਰਥ ਨੇ, ਪਰ ਜੇ ਅਸੀਂ ਆਪਣੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਹੀਂ ਪਾਲ ਸਕੇ ਤੇ ਸਾਡਾ ਸਾਰਾ ਕੁਝ ਹੀ ਵਿਅਰਥ, ਕਿਸੇ ਵੀ ਲੇਖੇ ਲੱਗਣ ਵਾਲਾ। ਜਿਹੜਾ ਬੂਟਾ ਲੱਗਦਾ ਹੈ, ਅਗਰ ਉਹ ਫਲ ਤਾਂ ਹੀ ਨਹੀਂ ਪਹੁੰਚਦਾ ਤੇ ਫਿਰ ਉਹ ਬੂਟੇ ਦਾ ਲਾਭ ਵੀ ਕੀ ਹੈ ਜੀ? ਬੂਟਾ ਤਾਂ ਉਹ ਅਸਲ ਵਿੱਚ ਸੁਖਦਾਇਕ ਹੈ ਜਿਸ ਬੂਟੇ ਦੀ ਛਾਪ ਵੀ ਘਨੇਰੀ ਹੋਵੇ ਤੇ ਜਿਸ ਬੂਟੇ ਉੱਪਰ ਲੱਗਿਆ ਹੋਇਆ ਫਲ ਵੀ ਰਸਦਾਇਕ ਹੋਵੇ। ਦੁਨੀਆ ਦੇ ਪਦਾਰਥ ਤਾਂ ਗੁਰਮੁਖੋ ਸਭ ਨੂੰ ਮਿਲ ਜਾਣਗੇ, ਪਰ ਸਿੱਖੀ ਦੀ ਅਮੋਲਕ ਦਾਤ ਜਿਹੜੀ ਹੈ ਉਹ ਕਿਸੇ ਕਿਸੇ ਨੂੰ ਪ੍ਰਾਪਤ ਹੋਣੀ ਹੈ। ਜਿਸ ਦਿਨ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਆਨੰਦ ਕਾਰਜ ਕਰਦੇ ਨਾ ਗੁਰੂ ਰਾਮਦਾਸ ਸਾਹਿਬ ਜੀ ਦਾ, ਤੇ ਆਪਣੇ ਘਰ ਦੇ ਅੰਦਰ ਉਸ ਸ਼ਖਸ ਨੂੰ ਲੈ ਕੇ ਆਉਂਦੇ ਜਿਹਦੇ ਕੋਲ ਸੇਵਾ ਤੇ ਸਿਮਰਨ, ਜਿਹਦੇ ਕੋਲ ਸਿੱਖੀ ਸੀ। ਦੁਨਿਆਵੀ ਪਦਾਰਥ ਨਹੀਂ ਮੇਰੇ ਪਾਤਸ਼ਾਹ ਨੇ ਕੋਈ ਵੇਖਿਆ। ਜੇ ਸਿੱਖੀ ਨਹੀਂ ਤੇ ਸਮਝੋ ਸਾਡੇ ਕੋਲ ਕੁਝ ਵੀ ਨਹੀਂ।
जे सिक्खी है तो साडे कोल सारा कुछ है। बाबा आदम जी ने गल समझा दी, पुत्र भी होवे, सिख भी होवे, वंश भी साडी सिख होवे। ये दात गुरु नानक साहब के चरनां विचों रोज आपां मंगीए। चलो अरदास तां आपां करदे हां भी सिखां नूं सिੱਖੀ दान, अमल भी तां असीं करना है ना इहदे उपर। जे अमल नहीं करांगे तो खेड किवें बनेगी। हुण सिੱਖੀ दा मूल की है? गुरु रामदास महाराज के चरणों में भाई नैया, भाई तुलसा, भाई जापू आदि सिख आए। कहते पातशाह दया करो, सिੱਖੀ का मूल की है? महाराज जी कहते गुरबाणी। जिथे गुरबाणी है उत्थे सिੱਖੀ है। और सिख दी रहनी, सिख दी करनी भी है। साहिबां दा बचन पढ़दे आ जी, गुर सतगुर का जो सिख अखाए, सो भल के उठ हर नाम ध्यावै, उदम करे भल के प्रभाती, इशनान करे अमृतसर नहावै। गुरु दा सिख अमृत वेले उठदा, नाम जपदा, इशनान करदा, फिर संगत विच शरीरक तौर पर भी इशनान करदा। इशनान करे पहला शरीर का इशनान करदा, अमृतसर नहावै। फरीदकोटी टीके ने दा बड़ा कमाल दा अर्थ कीता, अमृतसर नहावै। कहंदे पहला सिख शरीर का इशनान करदा, शरीर के इशनान तो बाद फिर वो अमृत के कुंड विच जांदा। वो अमृत का कुंड किहड़ा? कहंदे जी साध संगत। साध संगत विच जांदा जिथे नाम का अमृत जल, जिथे गुरबाणी दीआं तरंगां उठदियां ने, जिथे गुरसिख मच्छी रूप हो करके इस कुंड दे विच आनंद नूं प्राप्त करते ने। गुरु दा सिख इत्थे आके चुब्बा मारदा है, जिथे उहदा मन भी शुद्ध हो जाता, उहदा मन भी पवित्र हो जाता। अमृतसर नहावै, शरीरक तौर ते इशनान करना, फिर अपने मन नूं आके संगत दे विच इशनान कराउणा। गुरु रामदास सच्चे पातशाह महाराज का हुक्म कि गुरबाणी सिੱਖੀ का मूल है। सतगुरु जी कहते मनुख की दशा ना घोड़े वांगू होंदी है, क्योंकि गुरसिख कहते महाराज जी मन नहीं टिकता। ये तो साडा सारियां दा ही सवाल हुंदा भी मन नहीं टिकता। मैं कई बार ये बेनती करदा हुंदा, ये सवाल साडा सारियां दा हुंदा है, पर यह साडा सवाल बंदियां नूं हुंदा है। जे किते गुरु नूं सवाल करिए तो खेड कुछ होर है, असीं बंदियां नूं सवाल करदे हां जिन्हां दा खुद दा मन काबू नहीं हुंदा। कोई मेरे जे प्रचारकां नूं आके सवाल करे तो मैं को दलील देना जी इदां करया करो, इदां करया करो, मन काबू आ जाएगा। जदों मेरा खुद दा मन काबू नहीं, मैं दूजे नूं की दलील दें कि मन इदां काबू कर। ये सवाल असी गुरु रामदास साहब के चरणों में करना, ये सवाल असी गुरु ग्रंथ साहब महाराज के चरणों दे विच करना। पातशाह तुसीं दसो भी मन काबू किवें होवेगा? गुरु रामदास महाराज सिखां नूं कहंदे ने भी मन नूं लगी है हौमे दी बीमारी। जिवें घोड़ा बीमार हो जाए ना, घोड़े नूं बीमारी लगदी ते उहनूं मसाला दिता जांदा है। जदों मसाला दिता जाता है तो मूँह दे विच ना काजा पा देंदे घोड़े दे, फिर काजा पा के उन्हें काबू कर लेंदे घोड़े। सतगुरु कहंदे इस तरह मन रूपी घोड़ा जिन्हों हौमै दा रोग लग्या होया, सब तो बुरा रोग तां हौमै दा। मेरे जिहा कहंदा भी हौमै छड्डो, पर सब तो ज़्यादा हौमै दी गंदगी मैल मेरे जिहे दे मन विच हुंदी है। तां जेदा अपना मन मैला होवे वो दूजे दे मन दी मैल किवें उतारेगा? सतगुरु कहंदे मन मैला सब कुछ मैला, जदों मन मैला ते सारा कुछ मैला। गुरु रामदास महाराज सिखां नूं कहंदे ने कि गुरबाणी दा मसाला लैके ये मन रूपी घोड़े नूं देना है, तां जिहदे नाल इस मन रूपी घोड़े दे अंदर हौमै दा जिहड़ा रोग है ना, ये रोग जिहड़ा निवृत्त हो जाना है। ते साध संगत जी ये सवाल बंदे नूं ना करिए भी मन काबू किवें आउणा है, ये सवाल गुरु ग्रंथ साहिब जी महाराज दे चरनां विच करिए, पातशाह मन काबू किवें आउणा। फिर सतगुरु कहंदे मन बसिया वै नानका जे पूरन किरपा। समा अपनी मंजिल ते पहुंच चुका है। मैं इस संबंध में एक उदाहरण दे के समाप्ति करदा हां।
ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਮਿਲਣ ਵਾਸਤੇ ਆਉਂਦੇ ਨੇ, ਪਾਤਸ਼ਾਹ ਘੋੜੇ ਤੇ ਸਵਾਰ ਹੁੰਦੇ ਨੇ। ਕਈਆਂ ਨੂੰ ਪੁੱਛਦੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਿ ਸਤਿਗੁਰਾਂ ਦੇ ਘਰ ਨੂੰ ਰਾਹ ਕਿਹੜਾ ਜਾਂਦਾ। ਆਖਰਕਾਰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੋਂ ਟੱਕਰ ਪੈਂਦੇ। ਪਾਤਸ਼ਾਹ ਘੋੜੇ ਦੀ ਲਗਾਮ ਫੜਦੇ ਨੇ, ਕਹਿੰਦੇ ਵੀ ਉਸੇ ਪਾਸੇ ਹੀ ਮੈਂ ਚੱਲਿਆ, ਜਿੱਧਰ ਨੂੰ ਤੁਸੀਂ ਜਾਣਾ ਮੈਂ ਉਸੇ ਪਾਸੇ ਚੱਲਿਆ। ਇਹ ਸਾਖੀ ਨਹੀਂ, ਸਿਧਾਂਤ ਹੈ। ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਮਹਾਰਾਜ ਮੈਨੂੰ ਨਹੀਂ ਪਤਾ ਵੀ ਤੇਰੇ ਘਰ ਨੂੰ ਰਸਤਾ ਕਿਹੜਾ ਜਾਂਦਾ ਹੈ, ਮੈਂ ਨਹੀਂ ਜਾਣਦਾ। ਕਿਰਪਾ ਕਰੋ ਇਸ ਮਨ ਦੀ ਲਗਾਮ ਤੁਸੀਂ ਆਪੇ ਪਕੜ ਲਓ ਤੇ ਲਗਾਮ ਪਕੜ ਕੇ ਇਹਨੂੰ ਆਪਣੇ ਘਰ ਦੇ ਵਿੱਚ ਤੁਸੀਂ ਲੈ ਜਾਓ। ਜਦੋਂ ਮਹਾਭਾਰਤ ਦਾ ਜੰਗ ਹੁੰਦਾ ਹੈ, ਅਰਜਨ ਦੇ ਰੱਥ ਦੇ ਮੂਹਰੇ ਘੋੜੇ ਲੱਗੇ ਹੁੰਦੇ ਨੇ। ਅਰਜਨ ਕਹਿੰਦਾ ਭਗਵਾਨ ਮੇਰੇ ਕੋਲੋਂ ਇਹ ਕਾਬੂ ਨਹੀਂ ਆਉਣ ਵਾਲੇ। ਹੁਣ ਜਿੱਥੇ ਅਰਜਨ ਨੇ ਬਹਿਣਾ ਉੱਥੇ ਕ੍ਰਿਸ਼ਨ ਜੀ ਬਹਿ ਗਏ, ਰਥਵਾਹੀ ਬਣ ਗਏ, ਤੇ ਜਿਸ ਜਗ੍ਹਾ ਤੇ ਕ੍ਰਿਸ਼ਨ ਜੀ ਨੇ ਬਹਿਣਾ ਉੱਥੇ ਅਰਜਨ ਬਹਿ ਗਏ, ਕਿਉਂਕਿ ਇਹਨੂੰ ਘੋੜੇ ਲੱਗੇ ਹੋਏ ਨੇ, ਬੜੇ ਬਲਵਾਨ ਘੋੜੇ ਨੇ, ਕੋਈ ਇੱਧਰ ਖਿੱਚਦਾ ਕੋਈ ਇੱਧਰ ਖਿੱਚਦਾ। ਸਾਡੀ ਦਸ਼ਾ ਵੀ ਕੁਝ ਏਦਾਂ ਦੀ ਹੈ, ਆ ਸਰੀਰ ਨੂੰ ਇੰਦਰੀਆਂ ਦੇ ਘੋੜੇ ਲੱਗੇ ਨੇ ਨਾ, ਤੇ ਕਿਸੇ ਪਾਸੇ ਅੱਖਾਂ ਖਿੱਚਦੀਆਂ, ਕਿਸੇ ਪਾਸੇ ਕੰਨ ਖਿੱਚਦੇ, ਕਿਸੇ ਪਾਸੇ ਜ਼ਬਾਨ ਖਿੱਚਦੀ ਹੈ। ਇਹ ਕਾਬੂ ਨਹੀਂ ਆਉਣਾ, ਤਾਂ ਇਹਦਾ ਰਥਵਾਈ ਗੁਰੂ ਦਾ ਸ਼ਬਦ ਬਣਾ ਲਿਆ। ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਾਂ ਨੂੰ ਬਚਨ ਕੀਤਾ, ਸਿੱਖੀ ਦਾ ਮੂਲ ਬਾਣੀ ਹੈ, ਬਾਣੀ ਨੂੰ ਆਪਣੇ ਜੀਵਨ ਦਾ ਰਥਵਾਈ ਬਣਾ ਲਓ। ਜਿਸ ਦਿਨ ਬਾਣੀ ਦੀ ਅਗਵਾਈ ਹੇਠਾਂ ਅਸੀਂ ਜਿਉਣਾ ਸ਼ੁਰੂ ਕਰ ਦਿੱਤਾ, ਜੀਵਨ ਆਪਣੇ ਆਪ ਮਾਲਕ ਦੇ ਘਰ ਦੇ ਵਿੱਚ ਜਾ ਪਹੁੰਚੇ। ਜਦੋਂ ਅਗਵਾਈ ਮਨਮਤ ਕਰੇਗੀ ਫਿਰ ਤਾਂ ਜੀਵਨ ਨੇ ਰਸਾਤਲ ਵਾਲੇ ਪਾਸੇ ਜਾਣਾ। ਜਿਸ ਦਿਨ ਸਾਧ ਸੰਗਤ ਸਾਡੇ ਮਨ ਦੀ ਅਗਵਾਈ ਗੁਰੂ ਦੇ ਸ਼ਬਦ ਨੇ ਕੀਤੀ ਹੈ, ਉਸ ਦਿਨ ਸਾਡਾ ਜੀਵਨ ਉਸ ਪਾਸੇ ਜਾਏਗਾ ਜਿਸ ਪਾਸੇ ਗੁਰੂ ਸਾਹਿਬ ਸਾਨੂੰ ਲੈ ਕੇ ਜਾਣਾ ਚਾਹੁੰਦੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਘਰ ਦੀਆਂ ਬੜੀਆਂ ਵੱਡੀਆਂ ਵਡਿਆਈਆਂ ਨੇ। ਭਾਈ ਨੰਦ ਲਾਲ ਜੀ ਕਹਿੰਦੇ, ਭਾਈ ਨੰਦ ਲਾਲ ਜੀ ਕਹਿੰਦੇ ਨੇ ਵੀ ਜਿਹੜੀ ਮੇਰੀ ਇੱਕ ਜ਼ਬਾਨ ਹੈ ਨਾ, ਅਸਮਰੱਥ ਹੈ, ਮੇਰੀ ਇੱਕ ਜ਼ਬਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਨਹੀਂ ਕਰ ਸਕਦੀ। ਮੇਰੀ ਜ਼ਬਾਨ ਵਿੱਚ ਇੰਨੀ ਤਾਕਤ ਨਹੀਂ, ਕਿਉਂਕਿ ਸਤਿਗੁਰਾਂ ਦੇ ਗੁਣ ਬੇਅੰਤ ਨੇ। ਐਸੇ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਦੀ ਬਾਬਤ ਫਿਰ ਭੱਟ ਜੀ ਇਹ ਕਹਿੰਦੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖੇ। ਇੱਕ ਤਾਂ ਸਾਡੇ ਪ੍ਰਤੱਖ ਦੋ ਨੇਤਰ ਹੁੰਦੇ ਨੇ, ਦੋ ਸਾਡੇ ਅੰਦਰੂਨੀ ਨੇਤਰ ਨੇ। ਇੱਕ ਮਨ ਤੇ ਬੁੱਧੀ ਦਾ ਨੇਤਰ ਹੈ, ਜਿਹਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰੀਏ, ਮਨ ਤੇ ਬੁੱਧੀ ਦੇ ਨੇਤਰਾਂ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ। ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰਿਆ, ਉਹਨਾਂ ਦੇ ਹਿਰਦੇ ਵਿੱਚ ਦਿਨ ਪ੍ਰਤ ਦਿਨ ਪਰਮੇਸ਼ਰ ਦਾ ਨਾਮ ਗਾਉਂਦਾ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜਿਨ੍ਹਾਂ ਨੇ ਉਹਨਾਂ ਨੂੰ ਸਿਮਰਿਆ, ਉਹਨਾਂ ਦੇ ਹਿਰਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ ਤਪਸ਼ ਮਿਟ ਜਾਂਦੀ ਹੈ। ਕ੍ਰੋਧ ਦੀ, ਹੰਕਾਰ ਦੀ, ਲੋਭ ਦੀ, ਕਾਮ ਦੀ ਤਪਸ਼ ਮਿਟ ਜਾਂਦੀ ਹੈ। ਤੇ ਐਸੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੇ, ਜਿਨ੍ਹਾਂ ਨੇ ਸਿਮਰਿਆ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਤੇ ਨਾਉ ਨਿਧੀਆਂ ਦੀ ਪ੍ਰਾਪਤੀ ਹੋ ਜਾਂਦੀ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੁ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਜਿਸ ਗੁਰੂ ਦੇ ਚਰਨਾਂ ਨਾਲ ਲੱਗ ਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਮੇਰੇ ਪਾਤਸ਼ਾਹ ਕਹਿੰਦੇ ਉਸ ਗੁਰੂ ਰਾਮਦਾਸ ਮਹਾਰਾਜ ਨੂੰ ਨਿੱਤ ਹੀ ਯਾਦ ਕਰਿਆ ਕਰੋ, ਉਹਨਾਂ ਦਾ ਸ਼ੁਕਰਾਨਾ ਕਰਿਆ। ਸਾਡੇ ਉਸਤਾਦ ਜੀ ਪੰਥ ਰਤਨ ਮਹਾਂਪੁਰਖ ਗਿਆਨੀ ਸ਼ੇਰ ਸਿੰਘ ਸਾਹਿਬ, ਉਹਨਾਂ ਨੂੰ ਤਾਂ ਸਾਰੇ ਹੀ ਜਾਣਦੇ ਨੇ, ਬਾਲੇ ਦੀ ਧਰਤੀ ਤੇ। ਉਹਨਾਂ ਨੇ ਇੱਕ ਘਟਨਾ ਸੁਣਾਈ। ਕੁਝ ਸਮਾਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਸਿੰਘ ਦਰਸ਼ਨ ਕਰਨ ਵਾਸਤੇ ਗਏ। ਜਿੱਥੇ ਕੀਰਤਨ ਹੁੰਦਾ ਹੈ ਗੁਰਬਾਣੀ ਦਾ, ਪਿਛਲੇ ਪਾਸੇ ਜਾ ਕੇ ਬਹਿ ਗਏ ਤੇ ਮੂਹਰਲੇ ਪਾਸੇ ਇੱਕ ਸਿੰਘ ਬੈਠਾ ਸੀ।
ਉਹਦੇ ਸਰੀਰ ਉੱਪਰ ਚੋਲਾ ਤੇ ਕਈ ਟਾਕੀਆਂ ਲੱਗੀਆਂ ਹੋਈਆਂ ਸਾਰੇ ਸਰੀਰ ਚੋਲੇ ਉੱਪਰ। ਤੇ ਮਨ 'ਚ ਖਿਆਲ ਪੈਦਾ ਹੋਇਆ ਵੀ ਚਲੋ ਕੋਈ ਗਰੀਬ ਸਿੱਖ ਹੈ ਵੀ ਇਹਨੂੰ ਕੁਝ ਲੈ ਦੇਣਾ। ਹੁਣ ਉਹਨੇ ਵਾਪਸ ਜਾਣਾ ਸੀ, ਉਹਦੀ ਟ੍ਰੇਨ ਸੀ, ਤੇ ਜਿਹੜਾ ਸਿੰਘ ਉਹ ਮੂਹਰੇ ਬੈਠਾ ਸੀ ਉਹ ਉੱਠੇ ਨਾ, ਉਹ ਕੀਰਤਨ ਸੁਣਦਾ ਰਿਹਾ। ਜਿਹੜਾ ਪਿੱਛੇ ਬੈਠਾ ਸੀ, ਜਿਹੜਾ ਸੋਚਦਾ ਵੀ ਮੈਂ ਚੋਲਾ ਲੈ ਦਿਆਂ, ਉਹ ਮਨ ਵਿੱਚ ਬਾਰ-ਬਾਰ ਸੋਚੀ ਜਾਏ ਵੀ ਇਹ ਉੱਠੇ ਤੇ ਮੈਂ ਬਾਹਰ ਲਿਜਾਵਾਂ ਤੇ ਚੋਲਾ ਲੈ ਕੇ ਦੇ ਦਿਆਂ। ਇਦਾਂ ਕਰਦਿਆਂ ਕਰਦਿਆਂ ਸਮਾਂ ਨਿਕਲ ਗਿਆ, ਅਖੀਰ ਉਹ ਸਿੰਘ ਉੱਠ ਹੀ ਪਿਆ। ਜਦੋਂ ਬਾਹਰ ਆਇਆ ਨਾ ਜੀ, ਬਾਹਰ ਆਉਂਦਿਆਂ ਉਹਦੇ ਗਲ ਪੈ ਗਿਆ। ਆਖਦਾ ਮੈਨੂੰ ਕੀਰਤਨ ਨਹੀਂ ਸੁਣ ਦਿੱਤਾ। ਕਹਿੰਦਾ ਬਾਬਾ ਜੀ ਮੈਂ ਕੀ ਕਿਹਾ ਤੁਹਾਨੂੰ? ਕਹਿੰਦੇ ਕਿਹਾ ਤਾਂ ਕੁਝ ਨਹੀਂ, ਪਰ ਕੀਰਤਨ ਵੀ ਤਾਂ ਨਹੀਂ ਨਾ ਸੁਣਨ ਦਿੱਤਾ। ਸਾਰੇ ਕੀਰਤਨ ਵਿੱਚ ਤੂੰ ਇਹ ਸੋਚੀ ਗਿਆ। ਵੇਖੋ ਖੇਡ ਕਿੰਨੀ ਮਹਾਨ ਹੈ। ਇਹ ਤਾਂ ਇੱਕ ਛੋਟੀ ਜਿਹੀ ਘਟਨਾ ਹੈ। ਇਹੋ ਜਿਹੀਆਂ ਘਟਨਾਵਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਪਲ ਪਲ ਵਰਤਦੀਆਂ ਨੇ, ਪਲ ਪਲ ਵਰਤਦੀਆਂ ਨੇ। ਉਹ ਸਿੰਘ ਕਹਿਣ ਲੱਗਾ ਮੈਨੂੰ ਕੀਰਤਨ ਨਹੀਂ ਤੂੰ ਸੁਣ ਦਿੱਤਾ। ਸਾਰੇ ਕੀਰਤਨ ਵਿੱਚ ਇਹੀ ਬਾਰ-ਬਾਰ ਸੋਚਦਾ ਰਿਹਾ, ਇਹੀ ਸੋਚਦਾ ਰਿਹਾ ਵੀ ਇਹਨੂੰ ਮੈਂ ਚੋਲਾ ਲੈ ਦਿਆਂ, ਚੋਲਾ ਲੈ ਦਿਆਂ। ਤੈਨੂੰ ਕੀ ਲੱਗਦਾ ਮੈਂ ਭਿਖਾਰੀ? ਇਹ ਗੱਲ ਵੱਖਰੀ ਹੈ ਵੀ ਮੇਰੇ ਸਰੀਰ ਤੇ ਪਾਇਆ ਚੋਗਾ ਫਟਾ ਪੁਰਾਣਾ, ਜਿਹਨੂੰ ਟਾਕੀਆਂ ਲੱਗੀਆਂ ਨੇ, ਤੈਨੂੰ ਭਿਖਾਰੀ ਲੱਗਦਾ ਮੈਂ? ਇਹ ਗੱਲ ਵੱਖਰੀ ਹੈ ਵੀ ਮੈਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਭਿਖਾਰੀ ਹਾਂ। ਪਰ ਯਾਦ ਰੱਖੀ ਮੇਰੀਆਂ ਵੀ ਕਈ ਫੈਕਟਰੀਆਂ ਚੱਲਦੀਆਂ। ਇਹ ਸਾਰਾ ਕੁਝ ਮੈਨੂੰ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚੋਂ ਮਿਲਿਆ। ਤੇ ਜਦੋਂ ਮੈਨੂੰ ਬਖਸ਼ਿਸ਼ ਮਿਲਦੀ ਹੈ ਨਾ, ਉਹਦੀ ਮੈਂ ਇੱਕ ਟਾਕੀ ਆਪਣੇ ਚੋਗੇ ਤੇ ਲਾ ਲੈਣਾ ਤੇ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਵਿੱਚ ਇੱਥੇ ਆ ਜਾਣਾ। ਉਹ ਬਖਸ਼ਿਸ਼ਾਂ ਮੈਨੂੰ ਇੱਥੋਂ ਪ੍ਰਾਪਤ ਹੁੰਦੀਆਂ ਨੇ। ਯਾਦ ਰੱਖਿਓ, ਜਿਹੜਾ ਮੁੱਢ ਤੋਂ ਦਾਤਾ ਹੈ ਉਹਨੇ ਦਾਤਾ ਹੀ ਰਹਿਣਾ, ਜਿਹੜਾ ਮੁੱਢ ਤੋਂ ਭਿਖਾਰੀ ਉਹਨੇ ਭਿਖਾਰੀ ਰਹਿਣਾ। ਰੱਬ ਮੁੱਢ ਤੋਂ ਦਾਤਾ ਹੈ ਨਾ ਜੀ, ਉਹ ਮੁੱਢ ਤੋਂ ਹੀ ਦਾਤਾ, ਉਹਦਾ ਸੁਭਾਅ ਹੀ ਇਹੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਤੇ ਜਿਹੜਾ ਭਿਖਾਰੀ ਹੁੰਦਾ ਉਹ ਮੁੱਢ ਤੋਂ ਭਿਖਾਰੀ ਹੁੰਦਾ। ਤੇ ਸੇਖ ਸ਼ਾਦੀ ਸਾਹਿਬ ਕਹਿੰਦੇ ਜੇ ਦੁਨੀਆ ਦਾ ਬਾਦਸ਼ਾਹ ਬਣਨਾ, ਅੰਮ੍ਰਿਤ ਵੇਲੇ ਉੱਠ ਕੇ ਆਪਣੀ ਝੋਲੀ ਉਸ ਖੁਦਾ ਦੇ ਘਰ ਦੇ ਵਿੱਚ ਅੱਡ ਕੇ ਬੇਨਤੀ ਕਰਿਆ ਕਰ। ਉਹ ਨਿਰੰਕਾਰ ਤੇਰੀ ਝੋਲੀ ਵਿੱਚ ਦਾਤਾਂ ਪਾਵੇਗਾ ਤੇ ਤੈਨੂੰ ਦੁਨੀਆ ਦਾ ਬਾਦਸ਼ਾਹ ਬਣਾ ਦੇਵੇਗਾ। ਜਿਨ੍ਹਾਂ ਨੇ ਬਾਦਸ਼ਾਹ ਬਣਨਾ, ਗੁਰੂ ਰਾਮਦਾਸ ਸਾਹਿਬ ਜੀ ਨੂੰ ਧੰਨ ਧੰਨ ਆਖਿਆ ਕਰੋ। ਸਭ ਆਖੋ ਧੰਨ 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 ਗੁਰ ਸੋਈ। ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਪ ਸੰਗਤਾਂ ਦਾ ਧੰਨਵਾਦ ਹੈ, ਇੱਥੋਂ ਦੀ ਮੈਨੇਜਮੈਂਟ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਇੱਦਾਂ ਹੀ ਸਾਰਿਆਂ ਤੇ ਆਪਣੀਆਂ ਰਹਿਮਤਾਂ ਬਰਸਾਉਂਦੇ ਰਹਿਣ। ਲਾਗ ਤੇ ਦੀਵਾਨ ਰਹੈ, ਗਾਬ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ। ਪੰਥ ਮਹਾਰਾਜ ਕੇ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਇਹ ਸਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਵਤਾਰ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੇ